ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਇੱਕ ਨਵੀਂ ਸੀਰੀਜ਼ ਦੀ ਸ਼ੁਰੂਆਤ ਕਰਨ ਲੱਗੇ ਹਾਂ, ਫਿਜ਼ੀਕਲ ਜੀਓਗ੍ਰਾਫੀ ਦੇ 10 ਐਮਸੀਕਿਊਜ਼ ਦੀ ਸੀਰੀਜ਼ ਨੂੰ। ਇਹਦੇ ਵਿੱਚ ਆਪਾਂ ਲਗਭਗ 15 ਵੀਡੀਓਜ਼ ਦੇ ਰਾਹੀਂ ਕੁਝ 150 ਕੁਐਸਚਨਸ ਤੁਹਾਨੂੰ ਕਰਵਾਵਾਂਗੇ, ਠੀਕ ਹੈ ਜੀ, ਜਿਹਦੇ ਰਾਹੀਂ ਮੈਂ ਚਾਹੁੰਦਾ ਕਿ ਤੁਹਾਡੇ ਇੱਕ ਟੌਪਿਕ ਬਹੁਤ ਚੰਗੇ ਤਰੀਕੇ ਨਾਲ ਤਿਆਰ ਹੋ ਜਾਣ ਤਾਂ ਕਿ ਰਿਵੀਜ਼ਨ ਦਾ ਕੋਈ ਵੀ ਪਾਰਟ ਆਪਾਂ ਪਿੱਛੇ ਨਾ ਛੱਡੀਏ। ਸੋ ਲੈਟਸ ਸਟਾਰਟ ਵਿਦ ਟੁਡੇਜ਼ ਟੌਪਿਕ। ਅੱਜ ਦੇ ਇਸ ਟੌਪਿਕ ਵਿੱਚ ਆਪਾਂ ਡਿਸਕਸ ਕਰਾਂਗੇ ਐਮਸੀਕਿਊਜ਼ ਫਰੋਮ themes like origin of universe, ਫਿਰ ਉਸ ਤੋਂ ਬਾਅਦ ਆਪਾਂ ਸੋਲਰ ਸਿਸਟਮ ਬਾਰੇ ਜਾਣਾਂਗੇ। ਉਸ ਤੋਂ ਬਾਅਦ ਆਪਾਂ ਜਾਣਾਂਗੇ ਕੁਝ ਇੰਪੋਰਟੈਂਟ ਕਨਸੈਪਟਸ ਜੋ ਹੁੰਦੇ ਆ, ਲੈਟਸ ਸੇ ਸੁਪਰਨੋਵਾ ਐਕਸਪਲੋਜਨ ਕੀ ਹੁੰਦਾ ਹੈ, ਚੰਦਰ ਸ਼ੇਖਰ ਲਿਮਿਟ ਕੀ ਹੁੰਦੀ ਹੈ, ਡਵਾਰਫ ਸਟਾਰ ਕੀ ਹੁੰਦਾ ਹੈ, ਰੈੱਡ ਜਾਇੰਟ ਕੀ ਹੁੰਦਾ ਹੈ, ਠੀਕ ਹੈ, ਬਲੈਕ ਹੋਲ ਕਦੋਂ ਬਣਦਾ ਹੈ, ਜਾਂ ਨਿਊਟਰੋਨ ਸਟਾਰ ਕੀ ਹੁੰਦਾ ਹੈ। ਇਹਨਾਂ ਸਾਰਿਆਂ ਤੇ ਤੁਸੀਂ ਦੇਖੋਗੇ ਪ੍ਰੀਵੀਅਸ ਈਅਰ ਦੇ ਐਨਾਲਾਈਜ਼ ਕਰੋਗੇ। ਸਟੇਟ ਪੀਪੀਐਸਸੀ ਦੀ ਗੱਲ ਕਰੀਏ ਉਹਨਾਂ ਦੇ ਵੀ, ਤੇ ਇਸ ਤੋਂ ਇਲਾਵਾ ਯੂਪੀਐਸਸੀ ਜਾਂ ਬਾਕੀ ਸਟੇਟ ਸਰਵਿਸਿਜ਼ ਨੇ ਟਾਈਮ ਐਂਡ ਅਗੇਨ ਇਸ ਚੀਜ਼ ਤੇ ਕੁਐਸਚਨ ਪੁੱਛਦੇ ਰਹਿੰਦੇ ਆ। ਤਾਂ ਆਪਣਾ ਪਰਪਸ ਆਹੀ ਹੋਣਾ ਚਾਹੀਦਾ ਕਿ ਆਪਾਂ ਇਨ ਸਭ ਥੀਮਸ ਨੂੰ ਕਵਰ ਕਰ ਲਈਏ। ਜੇ ਤੁਹਾਨੂੰ ਲੱਗਦਾ ਕਿਤੇ ਕਿ ਲੈਟਸ ਸੇ ਇਹ ਕਨਸੈਪਟ ਤੁਸੀਂ ਨਹੀਂ ਕੀਤਾ ਹੋਇਆ ਤਾਂ ਮੇਕ ਸ਼ੋਰ ਕਿ ਤੁਸੀਂ ਉਸ ਕਨਸੈਪਟ ਨੂੰ ਇਸ ਵੀਡੀਓ ਨੂੰ ਕਵਰ ਕਰਨ ਤੋਂ ਬਾਅਦ ਹੋਰ ਡਿਟੇਲ ਦੇ ਵਿੱਚ ਕਰ ਰਹੇ ਹੋ, ਠੀਕ ਹੈ, ਤੇ ਉਹਨੂੰ ਆਪਣੇ ਨੋਟਸ ਦਾ ਪਾਰਟ ਬਣਾ ਰਹੇ ਹੋ। So let's start with the first question that we have. Consider the following statements regarding the Big Bang Theory. Big Bang Theory ਬਾਰੇ ਤੁਹਾਨੂੰ ਹੁਣ ਤੱਕ ਪਤਾ ਹੋਣਾ ਚਾਹੀਦਾ ਜੀ, ਜੇ ਨਹੀਂ ਪਤਾ ਤਾਂ ਤੁਸੀਂ ਰਿਵਾਈਜ਼ ਕਰੋ ਉਹਨੂੰ, ਇੱਕ ਵਾਰ ਪੜ੍ਹੋ ਜਾ ਕੇ। ਐਨੀਵੇਜ਼ ਬਿਗ ਬੈਂਗ ਥਿਊਰੀ ਕੀ ਕਹਿੰਦੀ ਹੈ ਕਿ ਅੱਜ ਤੋਂ 13.8 ਬਿਲੀਅਨ ਈਅਰਸ ਪਹਿਲਾਂ 13.8 ਬਿਲੀਅਨ ਈਅਰਸ ਅਗੋ ਇੱਕ ਇਵੈਂਟ ਹੋਇਆ ਸੀਗਾ। ਇੱਕ ਇਵੈਂਟ ਹੋਇਆ ਜਿਹਦੇ ਰਾਹੀਂ ਪਹਿਲਾਂ ਸਾਰਾ ਯੂਨੀਵਰਸ, ਸਾਰਾ ਮਾਸ, ਸਾਰੀ ਡੈਂਸਿਟੀ, ਸਾਰੀ ਵੋਲਿਊਮ ਸਿਰਫ ਇੱਕ ਸਿੰਗਲ ਪੁਆਇੰਟ ਦੇ ਵਿੱਚ ਸਮਾਇਆ ਹੋਇਆ ਸੀਗਾ ਜੀ। ਅੱਜ ਆਪਾਂ ਯੂਨੀਵਰਸ ਵਿੱਚ ਆਪਾਂ ਸਭ ਚੀਜ਼ਾਂ ਦੇਖ ਰਹੇ ਹਾਂ, ਆਪਾਂ ਪਲੈਨਟਸ ਦੇਖ ਰਹੇ ਹਾਂ, ਆਪਾਂ ਲੈਟਸ ਸੇ ਸੈਲੈਸਟੀਅਲ ਬੋਡੀਜ਼ ਦੇਖ ਰਹੇ ਹਾਂ, ਆਪਾਂ ਸਟਾਰਸ ਦੇਖ ਰਹੇ ਹਾਂ, ਗੈਲੈਕਸੀਜ਼ ਦੇਖ ਰਹੇ ਹਾਂ। ਸਾਰਾ ਮਾਸ ਇੱਕ ਸਿੰਗਲ ਪੁਆਇੰਟ ਦੇ ਵਿੱਚ ਸਮਾਇਆ ਹੋਇਆ ਸੀਗਾ ਜੀ। ਉਹ ਸੀਗਾ ਪੁਆਇੰਟ ਆਫ ਸਿੰਗੂਲੈਰਿਟੀ। ਪੁਆਇੰਟ ਆਫ ਸਿੰਗੂਲੈਰਿਟੀ, ਜਿੱਥੇ ਸਾਰਾ ਮਾਸ ਇੱਕ ਸਿੰਗਲ ਪੁਆਇੰਟ ਤੇ ਸਮਾਇਆ ਹੋਇਆ, ਤੇ ਇਹਦੇ ਟੈਂਪਰੇਚਰ ਇਨਫਾਈਨਾਈਟ ਸੀਗਾ, ਡੈਂਸਿਟੀ ਇਨਫਾਈਨਾਈਟ ਸੀਗਾ, ਕਿਉਂਕਿ ਡਿਫਾਈਨ ਹੀ ਨਹੀਂ ਕਰ ਪਾ ਰਹੇ ਆਪਾਂ। ਉਸ ਤੋਂ ਬਾਅਦ ਕੀ ਹੁੰਦਾ ਹੈ? ਉਸ ਤੋਂ ਬਾਅਦ ਇਸ ਪੁਆਇੰਟ ਤੋਂ ਐਕਸਪੈਂਸ਼ਨ ਹੋਣਾ ਸ਼ੁਰੂ ਹੁੰਦੀ ਹੈ। ਐਕਸਪਲੋਜਨ ਦੀ ਗੱਲ ਨਹੀਂ ਕਰ ਰਿਹਾ ਮੈਂ ਕਹਿ ਰਿਹਾ ਕਿ ਇਸ ਪੁਆਇੰਟ ਤੋਂ ਐਕਸਪੈਂਸ਼ਨ ਹੋਣਾ ਸ਼ੁਰੂ ਹੁੰਦੀ ਹੈ, ਐਕਸਪੈਂਡ ਹੋਣਾ ਸ਼ੁਰੂ ਹੁੰਦਾ। ਯੂਨੀਵਰਸ ਐਕਸਪੈਂਡ ਹੁੰਦਾ ਜਾ ਰਿਹਾ, ਅੱਜ ਵੀ ਯੂਨੀਵਰਸ ਐਕਸਪੈਂਡ ਹੁੰਦਾ ਜਾ ਰਿਹਾ। ਇਹ ਬਿਗ ਬੈਂਗ ਥਿਊਰੀ ਨੇ ਹੀ ਕਿਹਾ, ਠੀਕ ਹੈ। ਤੇ ਇਹਦਾ ਪਹਿਲਾਂ ਆਪਾਂ ਸਟੇਟਮੈਂਟ ਗੱਲ ਕਰਦੇ ਹਾਂ। ਇਟ ਪ੍ਰਪੋਜ਼ਸ ਦੈਟ ਯੂਨੀਵਰਸ ਬਿਗਨ ਐਜ਼ ਅ singularity and has been expanding ever since. ਆਹੀ ਕੰਸੈਪਟ ਮੈਂ ਹੁਣੇ ਦੱਸਿਆ ਤੁਹਾਨੂੰ, ਤਾਂ ਆਪਸ਼ਨ 1 ਜਿਹੜਾ ਹੈਗਾ ਆਪਣਾ ਇਟ ਇਜ਼ ਕਰੈਕਟ। ਸੈਕਿੰਡ, the theory was first proposed by Edwin Hubble. ਇਹ ਫੈਕਚੁਅਲ ਸਟੇਟਮੈਂਟ ਹੈ ਕਿ ਕਿਆ ਇਹ ਥਿਊਰੀ ਐਡਵਿਨ ਹਬਲ ਨੇ ਦਿੱਤੀ ਸੀ ਜਾਂ ਨਹੀਂ ਦਿੱਤੀ ਸੀ। ਇਹ ਫੈਕਚੁਅਲੀ ਇਨਕਰੈਕਟ ਹੈ ਜੀ, ਕਿਉਂਕਿ ਆਹ ਸਟੇਟਮੈਂਟ ਜਾਰਜ ਲੈਮਿਤਰੇ ਨੇ ਦਿੱਤੀ ਸੀ। ਐਡਵਿਨ ਹਬਲ ਨੇ ਇਹਨੂੰ ਵੈਰੀਫਾਈ ਬਾਅਦ ਕੀਤਾ ਸੀ, ਐਕਸਪੈਰੀਮੈਂਟ ਵਗੈਰਾ ਕੀਤੇ ਸੀਗੇ, ਬਟ ਇਹ ਪ੍ਰਪੋਜੀਸ਼ਨ ਐਡਵਿਨ ਹਬਲ ਦੁਆਰਾ ਨਹੀਂ ਆਈ ਸੀ, ਜਾਰਜ ਲੈਮਿਤਰੇ ਦੁਆਰਾ ਆਈ ਸੀ। ਥਰਡ, cosmic microwave background radiation is considered as a key evidence supporting this theory. ਹੁਣ ਇਹ ਕੀ ਹੁੰਦਾ ਹੈ, ਇਹਨੂੰ ਦੇਖਦੇ ਹਾਂ ਇੱਕ ਵਾਰੀ ਕਿ ਕਾਸਮਿਕ ਮਾਈਕ੍ਰੋਵੇਵ ਬੈਕਗਰਾਉਂਡ ਰੇਡੀਏਸ਼ਨ ਬਾਰੇ ਗੱਲ ਹੋ ਰਹੀ ਹੈ। ਦੇਖੋ ਜਰਾ, ਜਦੋਂ ਆਪਾਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਗੱਲ ਕਰਦੇ ਹਾਂ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਤੇ ਇਹਦੇ ਆਪਾਂ ਲੈਟਸ ਸੇ ਇਹਦੀ ਇੱਕ ਆਪਾਂ ਫ੍ਰੀਕੁਐਂਸੀ ਸਪੈਕਟਰਮ ਦੀ ਗੱਲ ਕਰੀਏ, ਠੀਕ ਹੈ, એનર્ਜੀ ਸਪੈਕਟਰਮ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਆਪਾਂ ਲਿਖਦੇ ਹਾਂ ਕਿ ਇਹ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੇ ਵਿੱਚ ਬਹੁਤ ਸਾਰੀ ਰੇਡੀਏਸ਼ਨਸ ਆਉਂਦੀਆਂ, ਜਿਵੇਂ ਕਿ ਗਾਮਾ ਰੇਡੀਏਸ਼ਨ, x-rays, right? Then we have visible rays, right? Sorry, ਉਸ ਤੋਂ ਪਹਿਲਾਂ ਆਪਣੇ ਕੋਲ UV rays ਨੇ, ਫਿਰ visible ਨੇ, ਫਿਰ ਆਪਣੇ ਕੋਲ let's say infrared ਹੈ, ਫਿਰ let's say microwave ਹੈ, ਫਿਰ radio wave, so on and so forth. ਇਹ ਆਪਣਾ ਇੱਕ એનર્ਜੀ ਸਪੈਕਟਰਮ ਬਣ ਜਾਂਦਾ ਕਿਹਦਾ? ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਫ੍ਰੀਕੁਐਂਸੀ ਤੇ ਵੇਵਲੈਂਥ ਦਾ ਕੀ ਰਿਲੇਸ਼ਨ ਹੈ, ਸਿੰਪਲ ਤੁਹਾਨੂੰ ਗੱਲ ਸਮਝੋ। ਜਦੋਂ ਆਪਾਂ ਗਾਮਾ ਰੇਜ਼ ਦੀ ਗੱਲ ਕਰ ਰਹੇ ਹਾਂ, ਐਕਸ ਰੇਜ਼ ਦੀ ਗੱਲ ਕਰ ਰਹੇ ਹਾਂ, ਯਾਨੀ ਕਿ ਆਪਾਂ ਜਦ ਲੈਫਟ ਹੈਂਡ ਸਾਈਡ ਦੀ ਗੱਲ ਕਰ ਰਹੇ ਹਾਂ, ਇੱਧਰ ਦੀ ਲੈਫਟ ਹੈਂਡ ਸਾਈਡ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤਾਂ ਉਰੇ ਕੀ ਹੋਣਾ ਜੀ? ਉਰੇ ਫ੍ਰੀਕੁਐਂਸੀ ਹਾਈ ਹੋਣੀ ਹੈ, ਫ੍ਰੀਕੁਐਂਸੀ ਹਾਈ ਹੋਣੀ ਹੈ। ਤੇ ਜਦੋਂ ਆਪਾਂ ਟੂਵਰਡਸ ਰਾਈਟ ਜਾਂਦੇ ਜਾ ਰਹੇ ਹਾਂ, ਆਪਾਂ ਵਿਜ਼ੀਬਲ ਵੱਲ ਜਾ ਰਹੇ ਹਾਂ, IR ਵੱਲ ਜਾ ਰਹੇ ਹਾਂ, ਮਾਈਕਰੋ ਵੱਲ ਜਾ ਰਹੇ ਹਾਂ, ਰੇਡੀਓ ਵੱਲ ਜਾ ਰਹੇ ਹਾਂ, ਉੱਥੇ ਕੀ ਹੋਣਾ?
ਫ੍ਰੀਕੁਐਂਸੀ ਘਟਦੀ ਜਾਣੀ ਹੈ ਤੇ ਵੇਵਲੈਂਥ ਜਿਹੜੀ ਹੈਗੀ ਉਹ ਵੱਧਦੀ ਜਾਣੀ। ਤਾਂ ਸਿੰਪਲ ਜੀ ਗੱਲ, ਹੁਣ ਤੁਸੀਂ ਗੱਲ ਆਪਣੇ ਪੱਲੇ ਬੰਨ ਲਓ ਕਿ ਫ੍ਰੀਕੁਐਂਸੀ ਤੇ ਵੇਵਲੈਂਥ ਦਾ ਯਾਰ ਜਿਹੜਾ ਰਿਲੇਸ਼ਨ ਹੈ ਉਹ ਇਨਵਰਸ ਰਿਲੇਸ਼ਨ ਹੈ ਜੀ। ਫ੍ਰੀਕੁਐਂਸੀ ਜੇ ਹਾਈ ਹੋਊਗੀ ਤਾਂ ਵੇਵਲੈਂਥ ਘੱਟ ਹੋਣ ਵਾਲੀ, ਇਹ ਜਨਰਲ ਪ੍ਰਿੰਸੀਪਲ ਹੈ ਜੀ। ਫ੍ਰੀਕੁਐਂਸੀ ਜੇ ਹਾਈ ਹੋਊਗੀ ਤਾਂ ਵੇਵਲੈਂਥ ਘੱਟ ਹੋਗੀ। ਜੇ ਮੈਂ ਕਹਿ ਰਿਹਾ ਕਿ ਗਾਮਾ ਰੇਜ਼ ਦੀ ਫ੍ਰੀਕੁਐਂਸੀ ਹਾਈ ਹੈ ਤਾਂ ਉਹਦੀ ਵੇਵਲੈਂਥ ਕੀ ਹੋਣੀ, ਘਟਣੀ ਹੈ। ਹਾਂ, ਜੇ ਮੈਂ ਕਹਿਣਾ ਕਿ ਰੇਡੀਓ ਵੇਵਸ ਦੀ ਵੇਵਲੈਂਥ ਜ਼ਿਆਦਾ ਹੈ ਤਾਂ ਉਹਦੀ ਫ੍ਰੀਕੁਐਂਸੀ ਘਟ ਜੂਗੀ। ਤਾਂ ਇਹ ਇੱਕ ਰਿਲੇਸ਼ਨ ਹੈ ਜੋ ਤੁਸੀਂ ਯਾਦ ਰੱਖਣਾ। ਦੂਜਾ ਰਿਲੇਸ਼ਨ ਜੋ ਯਾਦ ਰੱਖਣਾ ਤੁਸੀਂ ਉਹ ਇਹ ਹੈ ਜੀ ਕਿ એનર્ਜੀ ਤੇ ਫ੍ਰੀਕੁਐਂਸੀ ਦਾ ਕੀ ਰਿਲੇਸ਼ਨ ਹੈ। એનર્ਜੀ ਤੇ ਫ੍ਰੀਕੁਐਂਸੀ ਦਾ ਕੀ ਰਿਲੇਸ਼ਨ ਹੈ ਬਈ, એનર્ਜੀ ਤੇ ਫ੍ਰੀਕੁਐਂਸੀ ਦਾ ਡਾਇਰੈਕਟ ਰਿਲੇਸ਼ਨ ਹੈ। ਫਾਰਮੂਲਾ ਕੀ ਹੁੰਦਾ, E = h μ। μ ਕੀ ਹੈ, ਫ੍ਰੀਕੁਐਂਸੀ ਹੈ, ਸਿੰਪਲ ਜੀ ਗੱਲ, ਠੀਕ ਹੈ। ਯਾਨੀ ਕਿ ਜੇ ਫ੍ਰੀਕੁਐਂਸੀ ਜ਼ਿਆਦਾ ਹੋਗੀ, ਤੁਸੀਂ ਇੰਨਾ ਯਾਦ ਰੱਖੋ, એનર્ਜੀ ਵੀ ਜ਼ਿਆਦਾ ਹੋਣ ਵਾਲੀ। ਹੁਣ ਤੁਸੀਂ ਇਸ ਗੱਲ ਨੂੰ ਧਿਆਨ 'ਚ ਲੈ ਕੇ ਆਓ ਕਿ ਲੈਟਸ ਸੇ ਤੁਸੀਂ ਕਿਸੇ ਹਸਪੀਟਲ ਨੂੰ ਵਿਜ਼ਿਟ ਕਰ ਰਹੇ ਹੋ, ਉੱਥੇ ਲਿਖਿਆ ਹੁੰਦਾ ਕਿ ਐਕਸਰੇ ਰੂਮ ਦੇ ਅੰਦਰ ਤੁਸੀਂ ਨਾ ਜਾਓ। ਕਿਉਂ, ਆਇਨਾਈਜ਼ਿੰਗ ਰੇਡੀਏਸ਼ਨ ਹੋ ਸਕਦੀ ਹੈ, ਆਇਨਾਈਜ਼ ਕਰ ਸਕਦੀਆਂ ਉਹ ਚੀਜ਼ਾਂ। ਕਿਉਂ, ਕਿਉਂਕਿ ਐਕਸਰੇ ਦੀ ਫ੍ਰੀਕੁਐਂਸੀ ਬਹੁਤ ਜ਼ਿਆਦਾ ਹੈ ਤਾਂ ਉਹਦੇ ਕੋਰਸਪੋਂਡਿੰਗ ਉਹਦੀ એનર્ਜੀ ਵੀ ਜ਼ਿਆਦਾ। ਮੰਨ ਲਓ ਕੋਈ ਵੀ ਇਵੈਂਟ ਹੋਇਆ, ਕੋਈ ਵੀ ਇਵੈਂਟ ਹੋ ਰਿਹਾ ਕਿਤੇ, ਕੋਈ ਲੈਟਸ ਸੇ ਤੁਸੀਂ ਫਾਇਰ ਜਨਰੇਟ ਕਰ ਰਹੇ ਹੋ ਜਾਂ ਕੋਈ ਵੀ ਕਿਤੇ એનર્ਜੀ ਜਨਰੇਟ ਹੋ ਰਹੀ ਹੈ, એનર્ਜੀ ਰੇਡੀਏਟ ਹੋ ਰਹੀ ਹੈ, ਉਹ ਆਪਣੇ ਆਪ ਨੂੰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਫਾਰਮ ਵਿੱਚ ਆਪਣੇ ਆਪ ਨੂੰ ਮੈਨੀਫੈਸਟ ਕਰੂਗੀ, ਆਪਣੇ ਆਪ ਨੂੰ ਦਿਖਾਊਗੀ, ਠੀਕ ਹੈ। ਤਾਂ ਜਿੱਥੇ ਮੈਂ ਸਮਝਾਂ ਕਿ એનર્ਜੀ ਬਹੁਤ ਹਾਈ ਹੈ, ਯਾਨੀ ਕਿ ਮੰਨ ਲਓ ਮੈਂ ਕਹਿ ਰਿਹਾ ਕਿ ਟੈਂਪਰੇਚਰ ਬਹੁਤ ਹਾਈ ਹੈ, ਉਹਦੇ ਕਰਕੇ એનર્ਜੀ ਬਹੁਤ ਹਾਈ ਸੀ ਜੀ। ਤਾਂ ਜੇ એનર્ਜੀ ਬਹੁਤ ਹਾਈ ਹੈ, ਉੱਥੋਂ ਆਉਣ ਵਾਲੀ ਜਿਹੜੀ ਰੇਜ਼ ਹੋਣਗੀਆਂ, ਮੇਰੇ ਕੋਲ ਰੇਡੀਏਸ਼ਨ ਹੋਊਗੀ, ਉਹ ਕਿਤੇ ਨਾ ਕਿਤੇ ਗਾਮਾ ਰੇਜ਼ ਦੀ ਫਾਰਮ ਵਿੱਚ ਹੋਊਗੀ, ਕਿਤੇ ਨਾ ਕਿਤੇ ਐਕਸ ਰੇਜ਼ ਦੀ ਫਾਰਮ ਵਿੱਚ ਬਹੁਤ ਜ਼ਿਆਦਾ ਹੋਣ ਵਾਲੀ। ਪਰ ਹਾਂ, ਜਿੱਥੇ ਮੈਂ ਕਹਾਂ ਕਿ ਟੈਂਪਰੇਚਰ ਹੁਣ ਘਟ ਚੁੱਕਿਆ ਹੈ, ਉੱਥੋਂ એનર્ਜੀ ਵੀ ਬਹੁਤ ਘੱਟ ਆ ਰਹੀ ਹੈ। ਜੇ એનર્ਜੀ ਵੀ ਬਹੁਤ ਘੱਟ ਆ ਰਹੀ ਹੈ ਤਾਂ ਉਹਦੇ ਨਾਲ ਕੀ ਕਹਿ ਸਕਦਾ ਮੈਂ ਇਹ ਵੀ ਕਹਿ ਸਕਦਾ ਕਿ ਉਹ ਤੋਂ ਆਉਣ ਵਾਲੀ ਰੇਡੀਏਸ਼ਨ ਜਿਹੜੀ ਹੋਊਗੀ ਮੇਰੇ ਤੱਕ, ਉਹ ਕਿਤੇ ਨਾ ਕਿਤੇ ਗਾਮਾ, ਐਕਸ ਰੇਜ਼ ਇਹਨਾਂ 'ਚ ਨਹੀਂ ਹੋਊਗੀ। ਮੇਬੀ ਮੈਨੂੰ ਨਾ ਉਹ IR ਵਾਲੇ ਫਾਰਮ 'ਚ ਦਿਖੇ, ਮੇਬੀ ਮੈਨੂੰ ਉਹ ਮਾਈਕ੍ਰੋਵੇਵ ਫਾਰਮ 'ਚ ਦਿਖੇ, ਮੇਬੀ ਮੈਨੂੰ ਉਹ ਰੇਡੀਓ ਵੇਵਸ ਦੀ ਫਾਰਮ ਵਿੱਚ ਦਿਖੇ, ਜਿੱਥੇ ਆਪਣੇ ਆਪ ਫ੍ਰੀਕੁਐਂਸੀ ਘਟ ਚੁੱਕੀ ਹੈ ਕਿਉਂਕਿ એનર્ਜੀ ਘੱਟ ਹੈ ਉਸ ਦੇ ਕੋਰਸਪੋਂਡਿੰਗ। ਸੋ ਕਾਸਮਿਕ ਮਾਈਕ੍ਰੋਵੇਵ ਬੈਕਗਰਾਉਂਡ ਰੇਡੀਏਸ਼ਨ ਇਹ ਕੀ ਕਹਿੰਦੀ ਹੈ, ਕਿਉਂਕਿ ਜਦੋਂ 1960 ਦੇ ਵਿੱਚ ਐਕਸਪੈਰੀਮੈਂਟ ਹੋ ਰਹੇ ਸੀਗੇ ਤਾਂ ਇਹ ਐਕਸਪੈਰੀਮੈਂਟ ਦੇਖਿਆ ਗਿਆ ਕਿ ਯਾਰ ਇੱਕ ਨਾ ਨੋਇਜ਼ ਆ ਰਹੀ ਹੈ ਜਾਂ ਰੇਡੀਏਸ਼ਨ ਆ ਰਹੀ ਹੈ ਜੋ ਪੂਰੇ ਯੂਨੀਵਰਸ ਤੋਂ ਆ ਰਹੀ ਹੈ, ਠੀਕ ਹੈ। ਕਿਉਂਕਿ ਐਕਸਪੈਰੀਮੈਂਟ ਕੀਤੇ ਜਾ ਰਹੇ ਸੀਗੇ ਤਾਂ ਰੈਂਡਮਲੀ ਦੇ ਡਿਸਕਵਰਡ ਦਿਸ। ਤੇ ਉਹਦੇ ਵਿੱਚ ਕੀ ਹੋਇਆ ਕਿ ਸਾਇੰਟਿਸਟ ਕੀ ਕਰ ਰਹੇ ਸੀਗੇ, ਉਹ ਨਾ ਕਿਸੇ ਇੱਕ ਪਾਰਟਿਕੂਲਰ ਡਾਇਰੈਕਸ਼ਨ ਵੱਲ ਐਂਟੀਨਾ ਫੇਸ ਕਰਾ ਰਹੇ ਸੀ। ਤਾਂ ਉਹਨਾਂ ਨੇ ਨੋਟਿਸ ਕੀਤਾ ਕਿ ਯਾਰ ਮਾਈਕ੍ਰੋਵੇਵ ਰੇਡੀਏਸ਼ਨ ਆ ਰਹੀ ਹੈ, ਕਿਤੇ ਨਾ ਕਿਤੇ ਨੋਇਜ਼ ਦੀ ਫਾਰਮ 'ਚ ਆ ਰਹੀ ਹੈ। ਉਹਨਾਂ ਨੇ ਸੋਚਿਆ ਕਿ ਇਸ ਐਂਟੀਨਾ ਨੂੰ ਆਪਾਂ ਸ਼ਿਫਟ ਕਰਦੇ ਹਾਂ ਕਿਸੇ ਹੋਰ ਵੱਲ, ਕਿਸੇ ਹੋਰ ਡਾਇਰੈਕਸ਼ਨ ਵੱਲ ਪੁਆਇੰਟ ਕਰਦੇ ਹਾਂ। ਸੇਮ ਦੈਨ ਅਗੇਨ ਨੋਟਿਸਡ ਕਿ ਯਾਰ ਇੱਥੋਂ ਵੀ ਰੇਡੀਏਸ਼ਨ ਆ ਰਹੀ ਹੈ, ਅਗੇਨ ਮਾਈਕ੍ਰੋਵੇਵ ਫ੍ਰੀਕੁਐਂਸੀ ਤੇ ਆ ਰਹੀ ਹੈ। ਫੇਰ ਪਿੱਛੇ ਘੁੰਮਿਆ, ਫੇਰ ਘੁਮਾਇਆ, ਹਰ ਜਗ੍ਹਾ ਤੋਂ ਆ ਰਹੀ ਸੀ। ਕੋਈ ਜੇ ਉਹਦਾ ਐਕਟਿਵ ਸੋਰਸ ਹੁੰਦਾ ਤਾਂ ਉੱਥੋਂ ਆਉਂਦੀ, ਦੂਜੇ ਪਾਸੇ ਨਾ ਆਉਂਦੀ, ਇਹ ਤਾਂ ਸਾਰੇ ਪਾਸੋਂ ਆ ਰਹੀ ਹੈ। ਤਾਂ ਦੇ ਡਿਸਾਈਡਡ ਕਿ ਯਾਰ ਇਹ ਤਾਂ ਐਂ ਲੱਗਦਾ ਕਿ ਬੈਕਗਰਾਉਂਡ 'ਚੋਂ ਆ ਰਹੀ ਹੈ ਤੇ ਕਾਸਮੋਸ ਦੇ ਬੈਕਗਰਾਉਂਡ 'ਚੋਂ ਆ ਰਹੀ ਹੈ। ਯਾਨੀ ਕਿ ਜਦੋਂ ਆਪਾਂ ਯੂਨੀਵਰਸ ਦੀ ਗੱਲ ਕਰਦੇ ਤਾਂ ਆਪਾਂ ਕਾਸਮੋਸ ਦੀ ਗੱਲ ਕਰਦੇ ਹਾਂ, ਤਾਂ ਐਂ ਲੱਗਦਾ ਕਿ ਸਾਰੇ ਪਾਸਿਓਂ ਆ ਰਹੀ ਹੈ, ਕਾਸਮੋਸ ਦੇ ਬੈਕਗਰਾਉਂਡ 'ਚੋਂ ਆ ਰਹੀ ਹੈ, ਮਾਈਕ੍ਰੋਵੇਵ ਹੈ, ਠੀਕ ਹੈ, ਮਾਈਕ੍ਰੋਵੇਵ ਦੀ ਫ੍ਰੀਕੁਐਂਸੀ 'ਚ ਆ ਰਹੀ ਹੈ। ਤਾਂ ਹੁਣ ਆਪਾਂ ਨੂੰ ਇਸ ਤੋਂ ਸਿੱਖਿਆ ਕਿ ਇਹ ਤੋਂ ਆ ਸਿੱਖਿਆ ਕਿ ਜਦੋਂ ਪਹਿਲੀ ਲਾਈਟ ਆਈ ਸੀਗੀ ਆਫਟਰ ਬਿਗ ਬੈਂਗ ਹੋਣ ਤੋਂ ਬਾਅਦ, ਠੀਕ ਹੈ, ਪਹਿਲੀ ਵਾਰ ਜਦੋਂ ਲਾਈਟ ਆਈ ਸੀਗੀ ਬਿਗ ਬੈਂਗ ਤੋਂ ਲਗਭਗ ਤੁਸੀਂ ਦੇਖੋ ਕਿ 3,80,000 ਸਾਲ ਬਾਅਦ ਪਹਿਲੀ ਲਾਈਟ ਆਈ ਸੀਗੀ। ਉਹ ਲਾਈਟ ਜਦੋਂ ਤੁਰਨਾ ਸ਼ੁਰੂ ਹੋਈ ਉਦੋਂ ਉਹਦੇ ਕੋਲ ਲੈਟਸ ਸੇ એનર્ਜੀ ਵੀ ਜ਼ਿਆਦਾ ਸੀ ਕਿਉਂਕਿ ਟੈਂਪਰੇਚਰ ਉਦੋਂ ਜ਼ਿਆਦਾ ਹੁੰਦਾ ਸੀਗਾ। ਪਰ ਅੱਜ ਦੇ ਟਾਈਮ ਤੇ ਯੂਨੀਵਰਸ ਵੀ ਐਕਸਪੈਂਡ ਹੋ ਚੁੱਕਿਆ ਤੇ ਟੈਂਪਰੇਚਰ ਵੀ ਘਟ ਚੁੱਕਿਆ ਬਹੁਤ ਜ਼ਿਆਦਾ। ਤਾਂ ਉਹਦੇ ਕਰਕੇ ਅੱਜ ਜੋ ਫੋਟੋਨਸ ਆ ਰਹੇ ਨੇ, ਉਹ ਫੋਟੋਨਸ ਨਾ ਅੱਜ ਕਿਸ ਫਾਰਮ ਵਿੱਚ ਆ ਰਹੇ ਆ ਯਾਰ, ਉਹ ਮੈਨੂੰ ਫੋਟੋਨਸ ਦਿਖ ਰਹੇ ਆ ਮਾਈਕ੍ਰੋਵੇਵ ਦੀ ਫਾਰਮ ਵਿੱਚ ਦਿਖ ਰਹੇ ਆ। ਉਹ ਆਪਣੀ એનર્ਜੀ ਮਾਈਕ੍ਰੋਵੇਵ ਦੀ ਫਾਰਮ ਵਿੱਚ ਲੈ ਕੇ ਆ ਰਹੇ। ਫੋਟੋਨਸ ਕੁਝ ਨਹੀਂ ਹੁੰਦਾ ਜੀ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੇ ਕੈਰੀਅਰਸ ਨੇ, ਉਹ ਕੈਰੀ ਕਰਕੇ ਲੈ ਕੇ ਆ ਰਹੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ। ਤਾਂ ਉਹਨਾਂ ਕੋਲ ਅੱਜ ਕੀ ਹੈ, ਮਾਈਕ੍ਰੋਵੇਵ ਰੇਡੀਏਸ਼ਨ ਆ ਰਹੀ ਹੈ। ਤਾਂ ਮੈਨੂੰ ਐ ਲੱਗਿਆ ਕਿ ਯਾਰ ਇਹ ਸਾਰੇ ਪਾਸਿਓਂ ਆ ਰਹੀ ਹੈ, ਤਾਂ ਕਰਕੇ ਕਾਸਮਿਕ ਮਾਈਕ੍ਰੋਵੇਵ ਬੈਕਗਰਾਉਂਡ ਰੇਡੀਏਸ਼ਨ। ਤਾਂ ਇਹ ਇੱਕ ਕੀ ਐਵੀਡੈਂਸ ਦੇ ਤੌਰ ਤੇ ਆਉਂਦਾ ਟੂ ਸਪੋਰਟ ਦਿਸ ਥਿਊਰੀ ਕਿ ਹਾਂ ਯਾਰ ਇੱਕ ਪੁਆਇੰਟ ਤੇ ਬਿਲਕੁਲ ਸਿੰਗੂਲੈਰਿਟੀ ਤੋਂ ਆਪਣੀ ਸ਼ੁਰੂਆਤ ਹੋਈ ਹੈ ਜਿੱਥੇ ਟੈਂਪਰੇਚਰ ਬਹੁਤ ਹਾਈ ਸੀਗਾ। ਇਵੈਂਚੁਅਲੀ ਵੀ ਬਿਗਨ ਐਕਸਪੈਂਡ ਜਦੋਂ ਆਪਾਂ ਕਰ ਰਹੇ ਸੀਗੇ ਯੂਨੀਵਰਸ, ਤਾਂ ਉਹ ਨਾਲ ਕੂਲ ਡਾਊਨ ਵੀ ਹੋਣਾ ਸ਼ੁਰੂ ਹੁੰਦਾ ਜਾ ਰਿਹਾ ਸੀ। ਤਾਂ ਦਿਸ ਆਪਸ਼ਨ ਇਜ਼ correct. So we are left with 1 and 3. Next, redshift is observed in the light from most distant galaxies.
ਮੇਕਿੰਗ देयर ਲਾਈਟ ਅਪੀਅਰ ਸ਼ਿਫਟਡ ਟੁਵਰਡਸ ਲੌਂਗਰ ਵੇਵਲੈਂਥਸ। ਹੁਣ ਆਪਾਂ ਜਦੋਂ ਬਿਗ ਬੈਂਗ ਥਿਊਰੀ ਦੀ ਗੱਲ ਕੀਤੀ, ਆਪਾਂ ਕਿਹਾ ਯੂਨੀਵਰਸ ਐਕਸਪੈਂਡ ਕਰ ਰਿਹਾ। ਜੇ ਯੂਨੀਵਰਸ ਐਕਸਪੈਂਡ ਕਰ ਰਿਹਾ, ਯੂਨੀਵਰਸ ਦੂਰ ਜਾਂਦਾ ਜਾ ਰਿਹਾ, ਦੂਰ ਜਾਂਦਾ ਜਾ ਰਿਹਾ, ਤਾਂ ਉਹਨਾਂ ਦੇ ਵਿੱਚ ਜਿਹੜੀ ਗੈਲੈਕਸੀਜ਼ ਨੇ ਉਹ ਵੀ ਤਾਂ ਦੂਰ ਜਾ ਰਹੀਆਂ। ਠੀਕ ਹੈ, ਹੁਣ ਕੁਝ ਬੱਚੇ ਬੋਲੋਗੇ ਕਹਿਣਗੇ ਸਰ ਐਂਡਰੋਮੇਡਾ ਜਿਹੜੀ ਗੈਲੈਕਸੀ ਹੈ ਤੇ ਮਿਲਕੀ ਵੇ ਜਿਹੜੀ ਗੈਲੈਕਸੀ ਹੈ ਉਹ ਤਾਂ ਪਾਸ ਆ ਰਹੀ ਹੈ। ਮੈਂ ਬੋਲੂੰਗਾ ਹਾਂ, ਉਹ ਇਸ ਲਈ ਆ ਰਹੀ ਕਿਉਂਕਿ ਦੋਨਾਂ ਦਾ ਗ੍ਰੈਵਿਟੇਸ਼ਨਲ ਇਨਫਲੂਐਂਸ ਇੱਕ ਦੂਜੇ ਨੂੰ ਅਟਰੈਕਟ ਕਰ ਰਿਹਾ। ਬਟ ਇਨ ਜਨਰਲ ਤੁਸੀਂ ਦੇਖੋਗੇ ਯੂਨੀਵਰਸ ਐਕਸਪੈਂਡ ਕਰ ਰਿਹਾ ਤੇ ਗੈਲੈਕਸੀਜ਼ ਵੀ ਦੂਰ 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 ਜਾ ਰਹੀ। ਹੁਣ ਮੰਨ ਲਓ ਤੁਹਾਡੇ ਕੋਲ ਇੱਕ ਸੋਰਸ ਹੈ ਲਾਈਟ ਦਾ, ਬਿਲਕੁਲ ਤੁਹਾਡੇ ਕੋਲ ਪਿਆ, ਬਿਲਕੁਲ ਤੁਹਾਡੇ ਟੇਬਲ ਤੇ ਪਿਆ ਜਿੱਥੇ ਤੁਸੀਂ ਬੈਠ ਕੇ ਵੀਡੀਓ ਦੇਖ ਰਹੇ ਹੋ, ਪੜ੍ਹ ਰਹੇ ਹੋ। ਉਸ ਤੋਂ ਆਉਣ ਵਾਲੀ ਲਾਈਟ, ਉਸ ਤੋਂ ਆਉਣ ਵਾਲੀ ਹੀਟ ਤੁਹਾਨੂੰ ਫੀਲ ਹੋ ਸਕਦੀ ਹੈ। ਪਰ ਆਹੀ ਜੇ ਮੈਂ ਉਸ ਸੋਰਸ ਨੂੰ ਲੈਟਸ ਸੇ 15 ਫਿਟ ਦੂਰ ਕਰਦਾ ਤਾਂ ਉਸ ਤੋਂ ਆਉਣ ਵਾਲੀ ਹੀਟ ਵੀ ਤੁਹਾਨੂੰ ਫੀਲ ਨਹੀਂ ਹੋਊਗੀ। ਉਸ ਤੋਂ ਆਉਣ ਵਾਲੀਆਂ ਜਿਹੜੀ ਰੇਡੀਏਸ਼ਨਸ ਨੇ ਉਹ ਵੀ ਘਟ ਜਾਣਗੀਆਂ, ਹਨਾ। ਤਾਂ ਉਹੀ ਉਰੇ ਆਈਡੀਆ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਰੈੱਡ ਸ਼ਿਫਟ ਦੀ ਗੱਲ ਕਰ ਰਹੇ। ਰੈੱਡ ਸ਼ਿਫਟ ਕੀ ਹੈ ਦੇਖੋ ਜ਼ਰਾ। ਰੈੱਡ ਸ਼ਿਫਟ ਇਜ਼ ਆਬਜ਼ਰਵਡ ਇਨ ਲਾਈਟ ਫਰਮ ਮੋਸਟ ਡਿਸਟੈਂਟ ਗੈਲੈਕਸੀਜ਼। ਯਾਨੀ ਕਿ ਗੈਲੈਕਸੀਜ਼ ਜਿਹੜੀ ਜਾ ਰਹੀਆਂ ਦੂਰ ਜਾਂਦੀ ਜਾ ਰਹੀਆਂ, ਉਹਨਾਂ ਤੋਂ ਨਾ ਐ ਲੱਗਦਾ ਕਿ ਮੈਂ ਲੈਟਸ ਸੇ 1 ਸਾਲ ਪਹਿਲਾਂ ਦੋ ਗੈਲੈਕਸੀਜ਼ ਨੂੰ ਆਬਜ਼ਰਵ ਕੀਤਾ, ਆਪਣੀ ਵਾਲੀ ਮਿਲਕੀ ਵੇ ਗੈਲੈਕਸੀ ਤੋਂ ਕਿਸੇ ਹੋਰ ਗੈਲੈਕਸੀ ਨੂੰ ਆਬਜ਼ਰਵ ਕੀਤਾ ਤੇ ਮੈਂ ਉਸ ਤੋਂ ਆਉਣ ਵਾਲੀ ਲਾਈਟ ਨੂੰ ਆਬਜ਼ਰਵ ਕੀਤਾ ਤੇ ਮੈਂ ਦੇਖਿਆ ਉਹ ਕਿਹੜੀ ਫ੍ਰੀਕੁਐਂਸੀ ਤੇ ਆ ਰਹੀ ਹੈ, ਕਿਹੜੀ ਵੇਵਲੈਂਥ ਤੇ ਆ ਰਹੀ ਹੈ। 2 ਸਾਲ ਬਾਅਦ ਜਾਂ 10 ਸਾਲ ਬਾਅਦ ਦੁਬਾਰਾ ਦੇਖਿਆ ਕਿਉਂਕਿ ਐਕਸਪੈਂਡ ਹੋ ਰਹੀ ਚੀਜ਼ਾਂ, ਆ ਦੇਖੋ ਐਂ ਜਾ ਰਹੀਆਂ ਦੂਰ। ਤਾਂ ਹੁਣ ਇਸ ਤੋਂ ਆਉਣ ਵਾਲੀ ਲਾਈਟ, ਇਸ ਤੋਂ ਆਉਣ ਵਾਲੀ ਫ੍ਰੀਕੁਐਂਸੀ, ਇਸ ਤੋਂ ਆਉਣ ਵਾਲੀ ਵੇਵਲੈਂਥ ਚੇਂਜ ਹੋ ਜੂਗੀ। ਬਿਲਕੁਲ ਸਹੀ ਗੱਲ ਹੈ, ਚੇਂਜ ਹੋਈ ਹੈ ਜਿਹੜੀ ਉਹ ਨਾ ਰੈੱਡ ਸ਼ਿਫਟ ਦਿਖਾ ਰਹੀ ਹੈ, ਰੈੱਡ ਵਰਡ ਸ਼ਿਫਟ ਦਿਖਾ ਰਹੀ ਹੈ। ਹੁਣ ਇਹਦਾ ਮਤਲਬ ਕੀ ਹੈ? ਹੁਣ ਦੇਖੋ ਆਪਾਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਸਪੈਕਟਰਮ ਨੂੰ ਪੜਿਆ, ਹੁਣ ਉਹਦੇ ਵਿੱਚ ਆਪਾਂ ਵਿਜ਼ੀਬਲ ਦੀ ਵੀ ਗੱਲ ਕੀਤੀ ਸੀ, ਵਿਜ਼ੀਬਲ ਸਪੈਕਟਰਮ ਦੀ। ਵਿਜ਼ੀਬਲ ਸਪੈਕਟਰਮ ਨੂੰ ਮੈਂ ਹੋਰ ਐਕਸਪੈਂਡ ਕਰੂੰਗਾ। ਵਿਜ਼ੀਬਲ ਸਪੈਕਟਰਮ ਦੇ ਵਿੱਚ ਕੁਝ ਕਲਰਸ ਹੁੰਦੇ ਆ ਜਿਵੇਂ ਕਿ ਵਾਇਲਟ, ਇੰਡੀਗੋ, green, right? Then blue, then yellow, orange, red। ਵਿਬ ਕਿਓਰ ਦੀ ਗੱਲ ਕਰਦੇ ਹਾਂ ਆਪਾਂ, ਠੀਕ ਹੈ। ਹੁਣ ਇਹਦੇ ਵਿੱਚ ਜਦੋਂ ਆਪਾਂ ਆਰ ਵਾਲੀ ਤਰਫ ਜਾ ਰਹੇ ਹਾਂ, ਯਾਨੀ ਕਿ ਵਾਇਲਟ ਤੋਂ ਇਸ ਸਾਈਡ ਜਾਂਦੇ ਹਾਂ, ਰਾਈਟ ਵਾਲੀ ਸਾਈਡ ਜਾ ਰਹੇ ਹਾਂ ਆਪਾਂ, ਤਾਂ ਉਹਦੇ ਨਾਲ ਕੀ ਹੋ ਰਿਹਾ? ਉਹਦੇ ਨਾਲ ਕੀ ਹੋ ਰਿਹਾ ਜੀ? ਉਹਦੇ ਨਾਲ ਤੁਹਾਡੀ ਵੇਵਲੈਂਥ ਵੱਧਦੀ ਜਾ ਰਹੀ ਹੈ। ਰੈੱਡ ਕਲਰ ਦੀ ਹਾਈਐਸਟ ਵੇਵਲੈਂਥ ਹੋ ਰਹੀ। ਜੇ ਰੈੱਡ ਦੀ ਵੇਵਲੈਂਥ ਹਾਈ ਹੈ ਤਾਂ ਉਹਦਾ ਕੀ ਹੈ? એનર્ਜੀ ਘੱਟ। ਸਿੰਪਲ ਜੀ ਗੱਲ। ਤਾਂ ਮੰਨ ਲਓ ਜਦੋਂ ਦੋ ਗੈਲੈਕਸੀਜ਼ ਦੂਰ ਜਾ ਰਹੀਆਂ ਤਾਂ ਉਹਨਾਂ ਤੋਂ ਆਉਣ ਵਾਲੀ, ਮੰਨ ਲਓ ਇਸ ਗੈਲੈਕਸੀ ਤੋਂ ਆਉਣ ਵਾਲੀ ਲਾਈਟ, ਯਾਰ ਉਹਦੀ ਵੀ ਤਾਂ ਇੰਟੈਂਸਿਟੀ ਘਟੂਗੀ, ਉਹਦੀ ਵੀ ਤਾਂ એનર્ਜੀ ਘਟੂਗੀ। ਜੇ એનર્ਜੀ ਘਟੂਗੀ ਤਾਂ ਮੈਂ ਕੀ ਕਹਿ ਸਕਦਾ ਕਿ ਯਾਰ ਇਹਦੀ ਫ੍ਰੀਕੁਐਂਸੀ ਵੀ ਘਟ ਰਹੀ ਹੈ। ਜੇ એનર્ਜੀ ਘਟਦੀ ਜਾ ਰਹੀ ਹੈ ਤਾਂ ਆਪਾਂ ਗੱਲ ਕੀਤੀ ਸੀਗੀ એનર્ਜੀ ਦਾ ਰਿਲੇਸ਼ਨ ਫ੍ਰੀਕੁਐਂਸੀ ਨਾਲ ਡਾਇਰੈਕਟ ਹੁੰਦਾ, ਪਰ ਫ੍ਰੀਕੁਐਂਸੀ ਦਾ ਰਿਲੇਸ਼ਨ ਵੇਵਲੈਂਥ ਨਾਲ ਉਲਟਾ ਹੁੰਦਾ। ਤਾਂ ਮੈਂ ਕਹਿ ਰਿਹਾ ਕਿ ਜੋ ਹੁਣ ਮੈਨੂੰ ਨੋਟ ਹੋ ਰਹੀ ਹੈ ਨਾ ਉਰੇ ਇੱਧਰ ਵਾਲੇ ਪਾਸੇ, ਜੋ ਮੈਂ ਵੇਵਲੈਂਥ ਨੋਟ ਕਰ ਪਾ ਰਿਹਾ, ਮੈਨੂੰ ਐ ਲੱਗਦਾ ਕਿ ਉਹ ਰੈੱਡ ਵਰਡ ਜਾ ਰਹੀ ਹੈ, ਵੱਧਦੀ ਜਾ ਰਹੀ ਹੈ ਵੇਵਲੈਂਥ, ਵੱਧਦੀ ਜਾ ਰਹੀ ਹੈ। ਤਾਂ ਮੈਂ ਕਹਿੰਦਾ ਰੈੱਡ ਸ਼ਿਫਟ ਹੋ ਰਿਹਾ ਉਹ, ਦੈਟਸ ਵਾਈ ਦਾ ਨੇਮ ਰੈੱਡ ਸ਼ਿਫਟ। ਰੈੱਡ ਸ਼ਿਫਟ ਇਜ਼ ਅਬਜ਼ਰਵਡ ਇਨ ਲਾਈਟ ਫਰਮ ਮੋਸਟ ਡਿਸਟੈਂਟ ਗੈਲੈਕਸੀਜ਼। ਬਿਲਕੁਲ ਸਹੀ ਗੱਲ ਹੈ ਜੀ, ਦੇ ਆਰ ਮੂਵਿੰਗ ਅਵੇ ਫਰਮ ਈਚ ਅਦਰ। ਰੈੱਡ ਸ਼ਿਫਟ ਅਕਰਸ ਬਿਕॉज ਗੈਲੈਕਸੀਜ਼ ਆਰ ਮੂਵਿੰਗ ਅਵੇ ਫਰਮ ਦੀ ਅਰਥ ਡਿਊ ਟੂ ਦ ਐਕਸਪੈਂਸ਼ਨ ऑफ यूनिवर्स। हाँ जी, सही है कि नहीं है? बिल्कुल सही है, दोनों स्टेटमेंट्स करेक्ट हैं एंड both of them, in fact second statement explains the first statement, so ਇਹਦਾ ਆਨਸਰ ਹੈਗਾ A। ਨੈਕਸਟ, ਹੁਣ ਇਹ ਪ੍ਰਿੰਸੀਪਲ ਆਪਾਂ ਗੱਲ ਕਰਾਂਗੇ ਕੁਝ ਕਿ ਸਨ ਦੇ ਵਿੱਚ ਕੀ ਕੀ ਪ੍ਰਿੰਸੀਪਲ ਚੱਲਦੇ ਆ, ਉਹਦੇ ਕਰਕੇ ਆਪਾਂ ਇਹਨੂੰ ਕਵਰ ਕਰਨ ਲੱਗੇ ਆ ਜੀ। ਦੇਖੋ ਤਾਂ ਸਨ ਦੇ ਵਿੱਚ ਕੋਰ ਦੇ ਵਿੱਚ ਹੁੰਦੀ ਹੈ ਫਿਊਜ਼ਨ, ਸਨ ਦੀ ਕੋਰ ਦੇ ਵਿੱਚ ਹੁੰਦੀ ਹੈ ਫਿਊਜ਼ਨ। ਉਸ ਤੋਂ ਬਾਅਦ ਯਾਨੀ ਕਿ ਆਪਾਂ ਸਨ ਦੀ ਚਲੋ ਕੋਰ ਬਣਾ ਲੈਂਦੇ ਹਾਂ ਉਰੇ, ਸਨ ਦੀ ਕੋਰ ਜਿਹੜੀ ਹੈਗੀ ਉਹਦੇ ਵਿੱਚ ਹੁੰਦੀ ਹੈ ਫਿਊਜ਼ਨ। ਹਾਈਡਰੋਜਨ ਕੀ ਹੁੰਦਾ? ਹਾਈਡਰੋਜਨ ਫਿਊਜ਼ ਹੁੰਦਾ ਹੈ ਕਿਹਦੇ ਵਿੱਚ? ਹੀਲੀਅਮ ਦੇ ਵਿੱਚ। ਟੈਂਪਰੇਚਰ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਜੀ ਫਿਊਜ਼ਨ ਵਾਸਤੇ, ਤਾਂ ਉਹ ਸਨ ਦੀ ਕੋਰ ਵਿੱਚ ਪੋਸੀਬਲ ਹੈ ਕਿਉਂਕਿ ਸਨ ਦੀ ਕੋਰ ਵਿੱਚ ਟੈਂਪਰੇਚਰ ਕਿੰਨਾ ਹੈ? ਸਨ ਦੀ ਕੋਰ ਵਿੱਚ ਟੈਂਪਰੇਚਰ ਹੈਗਾ ਨੀਅਰਲੀ 15 ਮਿਲੀਅਨ ਡਿਗਰੀ ਦੇ ਅਰਾਊਂਡ। ਫੈਰਨਹਾਈਟ ਡਿਗਰੀ ਇਹਨਾਂ ਦੀ ਗੱਲ ਕਰੋ ਤੁਸੀਂ, ਇਸ ਆਰਡਰ ਦਾ ਟੈਂਪਰੇਚਰ ਤੁਹਾਨੂੰ ਉਰੇ ਮਿਲ ਜਾਂਦਾ ਸਨ ਦੀ ਕੋਰ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ? ਸਨ ਦੀ ਕੋਰ ਤੋਂ ਬਾਹਰ એનર્ਜੀ ਕਿਵੇਂ ਪਹੁੰਚਦੀ ਹੈ? ਸਨ ਦੀ ਕੋਰ ਤੋਂ ਬਾਹਰ ਇੱਕ ਜ਼ੋਨ ਹੁੰਦਾ ਜਿਹਨੂੰ ਆਪਾਂ ਕਹਿੰਦੇ ਰੇਡੀਏਸ਼ਨ ਜ਼ੋਨ। ਰੇਡੀਏਸ਼ਨ ਜ਼ੋਨ ਯਾਨੀ ਕਿ ਰੇਡੀਏਟ ਹੋਊਗੀ, ਰੇਡੀਏਟ ਹੋਊਗੀ, ਫੋਟੋਨਸ ਲੈ ਕੇ ਜਾਣਗੇ ਆਪਣੇ ਆਪ એનર્ਜੀ ਨੂੰ ਬਾਹਰ। ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਹੁੰਦਾ ਕਨਵੈਕਟਿਵ ਜ਼ੋਨ। ਕਨਵੈਕਟਿਵ ਜ਼ੋਨ ਦੇ ਵਿੱਚ ਕਨਵੈਕਟਿਵ ਸਾਈਕਲਸ ਚੱਲਦੇ ਆ, ਐਵੇਂ ਕੁਝ ਲਿੰਬਸ ਬਣਦੀਆਂ। ਜਿਹੜਾ ਹੌਟ ਪਲਾਜ਼ਮਾ ਹੁੰਦਾ ਉਹ ਬਾਹਰ ਜਾਊਗਾ, ਉੱਤੇ ਜਾਊਗਾ, ਥੋੜਾ ਠੰਡਾ ਹੋਊਗਾ, ਥੱਲੇ ਆ ਜਾਊਗਾ, ਕੁਝ ਐ ਘੁੰਮੂਗਾ ਐਵੇਂ, ਪੂਰੇ ਕਨਵੈਕਟਿਵ ਸੈਲਸ। ਉਸ ਤੋਂ ਬਾਅਦ ਕੀ ਹੋਏਗਾ? ਉਸ ਤੋਂ ਬਾਹਰ ਜਿਹੜਾ ਆਪਾਂ ਨੂੰ ਦਿਖਦਾ ਹੈ ਜੀ, ਇਸ ਤੋਂ ਬਾਹਰ ਇੱਕ
ਸਰਫੇਸ ਬਣੂਗਾ ਸਨ ਦਾ ਜੋ ਆਪਾਂ ਦੇਖ ਪਾਉਂਦੇ ਆ, ਜਿਹਨੂੰ ਆਪਾਂ ਕਹਿੰਦੇ ਆ ਫੋਟੋਸਫੀਅਰ। ਨਾਰਮਲ ਅੱਜ ਤੁਸੀਂ ਸਨ ਬਾਹਰ ਦੇਖੋਗੇ, ਉਹ ਸਨ ਦਾ ਸਰਫੇਸ ਹੈ, ਉਹਨੂੰ ਕਹਿੰਦੇ ਆਪਾਂ ਫੋਟੋਸਫੀਅਰ। ਉਸ ਤੋਂ ਬਾਹਰ ਕੀ ਹੈ? ਉਸ ਤੋਂ ਬਾਹਰ ਇੱਕ ਥਿਨ ਜੀ ਲੇਅਰ ਹੈ ਜਿਹਨੂੰ ਆਪਾਂ ਕਹਿੰਦੇ ਆ ਕ੍ਰੋਮੋਸਫੀਅਰ, ਪਰ ਉਹਨੂੰ ਆਪਾਂ ਦੇਖ ਨਹੀਂ ਪਾਉਂਦੇ ਹੈਗੇ। ਆਪਾਂ ਉਹਨੂੰ ਉਦੋਂ ਹੀ ਦੇਖ ਪਾਉਂਦੇ ਜਦੋਂ ਇਕਲਿਪਸ ਹੋ ਰਿਹਾ ਹੁੰਦਾ। ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਹੁੰਦਾ ਕਰੋਨਾ। ਅਗੇਨ ਉਹਨੂੰ ਵੀ ਆਪਾਂ ਤੁਸੀਂ ਨੈਕਡ ਆਈ ਨਾਲ ਨਹੀਂ ਦੇਖ ਪਾਉਂਦੇ, ਉਹਨੂੰ ਵੀ ਉਦੋਂ ਹੀ ਦੇਖ ਪਾਉਂਦੇ ਜਦੋਂ ਕੋਈ ਨਾ ਕੋਈ ਇਕਲਿਪਸ ਹੋ ਰਿਹਾ ਹੁੰਦਾ। ਤਾਂ ਇਸ ਇਨਫੋਰਮੇਸ਼ਨ ਨੂੰ ਯੂਜ਼ ਕਰਕੇ ਆਪਾਂ ਇਸ ਕੁਐਸਚਨ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। The core is the innermost layer where nuclear fusion primarily occurs। ठीक है जी, बिल्कुल सी बात है, ऑप्शन 1 is correct। Radiative zones transports energy outward mainly through convective, something like that, convective currents। ਕਨਵੈਕਟਿਵ ਕਰੰਟਸ ਦੀ ਗੱਲ ਕਰਤੀ, ਕਨਵੈਕਟਿਵ ਕਰੰਟਸ ਦੀ ਗੱਲ ਕੀਤੀ ਰੇਡੀਏਟਿਵ ਜ਼ੋਨ ਦੇ ਵਿੱਚ, ਜ਼ੋਨ ਨੰਬਰ 2 ਦੇ ਵਿੱਚ, ਜਦੋਂ ਮੈਂ ਕਿਹਾ ਕਿ ਰੇਡੀਏਸ਼ਨ ਹੋ ਰਹੀ ਹੈ, ਫੋਟੋਨਸ ਲੈ ਕੇ ਜਾ ਰਹੇ हैं। ऑप्शन 2 इज इनकरेक्ट। क्यों? क्योंकि यार उरे कन्वेक्टिव सेल्स के थ्रू कुछ नहीं हो रहा हैगा, कन्वेक्टिव सेल्स के थ्रू कुछ नहीं हो रहा हैगा। कन्वेक्टिव सेल्स तो उदों आने जब कन्वेक्टिव जोन की गल करांगे, जोन नंबर 3 दी। कन्वेक्टिव जोन इज लोकेटेड अबव द रेडिएटिव जोन, दैट इज दिस इज करेक्ट, एंड इट इन्वॉल्व्स राइजिंग एंड सिंकिंग ऑफ हॉट प्लाज्मा टू ट्रांसफर द हीट। बिल्कुल सही बात है। क्वेश्चन नंबर स्टेटमेंट 4 की कहती है फोटोस्फीयर इज विजिबल सरफेस ऑफ द सन फ्रॉम विच मोस्ट ऑफ द लाइट इज एमिटेड। बिल्कुल सही गल है जी, यही विजिबल सरफेस है। क्रोमोस्फीयर ਜਿਹੜਾ ਰੈਡਿਸ਼ ਲੇਅਰ ਦਾ ਹੈਗਾ, ਬਟ ਆ ਵਿਜ਼ੀਬਲ ਨਹੀਂ ਹੁੰਦਾ। ਇਟ ਇਜ਼ ਵਿਜ਼ੀਬਲ ਡਿਊਰਿੰਗ ਸੋਲਰ ਇਕਲਿਪਸ ਐਂਡ ਹੈਜ਼ ਟੈਂਪਰੇਚਰ ਇੰਕਰੀਜ਼ਿੰਗ ਵਿਦ ਹਾਈਟ। ਹੁਣ ਇਹ ਨਾ ਟੈਂਪਰੇਚਰ ਅਨੋਮਲੀ ਦੇਖਣ ਨੂੰ ਮਿਲਦੀ ਹੈ ਸਨ ਦੇ ਕੇਸ ਵਿੱਚ। ਕਿ ਦੇਖੋ ਆਮ ਤੌਰ ਤੇ ਤੁਸੀਂ ਦੇਖੋਗੇ ਜਿੱਥੇ ਫਿਊਜ਼ਨ ਹੋ ਰਹੀ ਹੈ ਸਭ ਤੋਂ ਜ਼ਿਆਦਾ ਟੈਂਪਰੇਚਰ ਉੱਥੇ ਹੋਣਾ ਚਾਹੀਦਾ, ਜੋ ਕਿ ਗੱਲ ਹੈ ਵੀ ਹੈ। ਜਿਵੇਂ 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 ਦੂਰ ਜਾਈ ਜਾਓਗੇ ਤੁਸੀਂ ਟੈਂਪਰੇਚਰ ਘਟਣਾ ਚਾਹੀਦਾ, ਪਰ ਕ੍ਰੋਮੋਸਫੀਅਰ ਦੇ ਵਿੱਚ ਅਨੋਮਲੀ ਦੇਖਣ ਨੂੰ ਮਿਲਦੀ ਹੈ। ਤੇ ਕਰੋਨਾ ਦੇ ਵਿੱਚ ਤਾਂ ਇਹ ਅਨੋਮਲੀ ਬਹੁਤ ਜ਼ਿਆਦਾ ਹੋ ਜਾਂਦੀ, ਕਿਉਂਕਿ ਕਰੋਨਾ ਆਊਟਰ ਮੋਸਟ ਲੇਅਰ ਹੈ ਸਨ ਦੀ, ਪਰ ਉੱਥੇ ਟੈਂਪਰੇਚਰ ਕਿੰਨਾ ਹੈ? ਉੱਥੇ ਮਿਲੀਅਨਸ ਆਫ ਡਿਗਰੀ ਦਾ ਦੁਆਰਾ ਟੈਂਪਰੇਚਰ ਪਹੁੰਚ ਜਾਂਦਾ। ਹਾਲਾਂਕਿ ਉਹ ਟੈਂਪਰੇਚਰ ਫੇਰ ਵੀ ਘੱਟ ਹੁੰਦਾ ਟੂ ਵਾਟ ਵੀ ਨੋਟ ਇਨ ਦਾ ਕੋਰ ਵਾਲਾ ਪਾਰਟ, ਬਟ ਸਟਿਲ ਇਹ ਫੋਟੋਸਫੀਅਰ ਤੋਂ ਜ਼ਿਆਦਾ ਹੁੰਦਾ। ਫੋਟੋਸਫੀਅਰ ਦੇ ਵਿੱਚ ਕੁਝ 1000 ਡਿਗਰੀ ਦਾ ਟੈਂਪਰੇਚਰ ਹੁੰਦਾ, ਠੀਕ ਹੈ, ਪਰ ਉਰੇ ਜਾ ਕੇ ਦੁਬਾਰਾ ਇਹ ਮਿਲੀਅਨਸ ਆਫ ਡਿਗਰੀਜ਼ ਤੇ ਪਹੁੰਚ ਜਾਂਦਾ ਹੈ। So corona is the outermost layer of the atmosphere of the sun, extending millions of kilometers into the space, and it is hotter than the layer below it. This is also correct. So the right option in this case is कि उरे हैगे अपने only 5, एक incorrect है। Next, the solar cycle is an approximate 11-year period during which sun's magnetic field completely flips, causing its north and south pole to switch places। ਹੁਣ ਉਰੇ ਸਨ ਦੇ ਮੈਗਨੈਟਿਕ ਫੀਲਡ ਦੀ ਸਵਿਚਿੰਗ ਦੀ ਗੱਲ ਹੋ ਰਹੀ ਹੈ। ਇਹ ਸਟੇਟਮੈਂਟ ਫੈਕਚੁਅਲ ਐਜ਼ ਵੈਲ ਐਜ਼ ਕਨਸੈਪਚੁਅਲ ਹੈ, ਜਦੋਂ ਆਪਾਂ ਕਲਾਸ ਕਵਰ ਕਰਦੇ ਹਾਂ ਇਹਨੂੰ ਪੂਰੇ ਡਿਟੇਲ ਵਿੱਚ ਕਵਰ ਕਰਦੇ ਹਾਂ ਆਪਾਂ। ਅਰਥ ਦੀ ਵੀ ਮੈਗਨੈਟਿਕ ਪੋਲਸ ਜਿਹੜੇ ਨੇ ਫਲਿਪ ਹੁੰਦੇ ਰਹੇ ਨੇ, ਬਟ 11 ਸਾਲ ਦਾ ਸਾਈਕਲ ਨਹੀਂ ਹੈ ਜੀ। 11 ਸਾਲ ਦਾ ਸਾਈਕਲ ਕਿਹਦੇ ਵਿੱਚ ਹੈ? ਸਨ ਦੇ ਕੇਸ ਵਿੱਚ ਹੀ ਹੈ। ਉਰੇ ਤੁਸੀਂ ਦੇਖੋਗੇ ਕਿ 11 ਸਾਲ ਦੇ ਸਾਈਕਲ ਦੇ ਵਿੱਚ ਦੌਰਾਨ ਕੀ ਹੋਣਾ ਹੈ? ਉਰੇ ਸਨ ਦੀ ਜਿਹੜਾ ਨਾਰਥ ਪੋਲ ਹੈ ਸਾਊਥ ਹੋ ਜਾਊਗਾ, ਸਾਊਥ ਨਾਰਥ ਹੋਗਾ, ਚੱਲਦਾ ਰਹਿਣਾ ਹੈ ਤੇ ਚੱਲਦਾ ਜਾ ਰਿਹਾ। ਤਾਂ ਇਸ ਨੂੰ ਆਪਾਂ ਕੀ ਕਹਿੰਦੇ ਹਾਂ? ਸੋਲਰ ਸਾਈਕਲ ਕਹਿੰਦੇ ਹਾਂ। ਬਿਲਕੁਲ ਸਹੀ ਹੈ ਜੀ। Second, solar activity including sunspots, sun flares, coronal mass ejections, right? And they are most prominent during the solar minimum phase of the cycle। ਹੁਣ ਇਹ ਗੱਲਾਂ ਆਪਾਂ ਦੇਖਦੇ ਹਾਂ ਕਿ ਸਨਸਪੌਟ ਕੀ ਹੁੰਦਾ, ਸੋਲਰ ਫਲੇਅਰ ਕੀ ਹੁੰਦਾ, ਕੋਰੋਨਲ ਮਾਸ ਇਜੈਕਸ਼ਨ ਕੀ ਹੁੰਦਾ, ਸਾਰੀ ਚੀਜ਼ਾਂ ਸਨ ਦੀ ਐਕਟੀਵਿਟੀ ਦੇ ਨਾਲ ਹੀ ਲਿੰਕਡ ਹੈ। ਪਰ ਇਹ ਸਭ ਤੋਂ ਜ਼ਿਆਦਾ ਕਦੋਂ ਹੁੰਦੀਆਂ? ਸੋਲਰ ਮਿਨੀਮਮ ਫੇਜ਼ ਦੇ ਵਿੱਚ ਨਹੀਂ ਹੁੰਦੀਆਂ ਜੀ, ਇਹ ਹੁੰਦੀਆਂ ਸੋਲਰ ਮੈਕਸਿਮਾ ਦੇ ਫੇਜ਼ ਵਿੱਚ। ਸੋਲਰ ਮੈਕਸਿਮਾ ਦੇ ਫੇਜ਼ ਵਿੱਚ ਸਨਸਪੌਟ ਕੀ ਹੁੰਦਾ ਕਿ ਇੱਕ ਨਾ ਡਾਰਕਰ ਜਿਹਾ ਸਪੌਟ ਬਣ ਜਾਂਦਾ ਕਿਹਦੇ ਉੱਪਰ? ਸਨ ਦੇ ਸਰਫੇਸ ਦੇ ਉੱਪਰ। ਸਨ ਦੇ ਸਰਫੇਸ ਦੇ ਉੱਪਰ ਇੱਕ ਡਾਰਕਰ ਜਿਹਾ ਸਪੌਟ ਬਣ ਜਾਂਦਾ। ਐਗਜ਼ੈਕਟ ਕਾਰਨ ਕੀ ਹੈ ਕਿਸੇ ਨੂੰ ਕੁਝ ਨਹੀਂ ਪਤਾ, ਕਿਉਂਕਿ ਸਨ ਤੇ ਹਲੇ ਰਿਸਰਚ ਬਹੁਤ ਜ਼ਿਆਦਾ ਚੱਲ ਰਹੀ। ਸੋਲਰ ਫਲੇਅਰ ਕੀ ਹੁੰਦਾ? ਸੋਲਰ ਫਲੇਅਰ ਹੁੰਦਾ ਹੈ ਕਿ ਉਰੇ ਨਾ ਜੋ ਪਲਾਜ਼ਮਾ ਹੈਗਾ, ਪਲਾਜ਼ਮਾ ਹੀ ਹੈ ਸਨ ਦੇ ਅੰਦਰ ਮੈਕਸਿਮਮ ਤਾਂ, ਠੀਕ ਹੈ, ਉਹ ਨਾ ਕੰਸੈਂਟਰੇਟ ਹੋ ਜਾਂਦਾ। ਪਲਾਜ਼ਮਾ ਕੰਸੈਂਟਰੇਟ ਹੋ ਕੇ ਕੀ ਕਰਦਾ ਹੈ? ਬਹੁਤ ਹੀ ਜ਼ਿਆਦਾ ਹਾਈਲੀ ਐਨਰਜੈਟਿਕ ਰੇਜ਼ ਨੂੰ ਬਣਾਉਣਾ ਸ਼ੁਰੂ ਕਰ ਦਿੰਦਾ। ਪਲਾਜ਼ਮਾ ਕੰਸੈਂਟਰੇਟ ਹੋ ਚੁੱਕਿਆ ਜੀ, ਮੈਗਨੈਟਿਕ ਫੀਲਡ ਲਾਈਨਸ ਕਰਕੇ ਕੰਸੈਂਟਰੇਟ ਹੋਇਆ ਤੇ ਉਹਨੇ ਕੀ ਕਰਨਾ ਸ਼ੁਰੂ ਕੀਤਾ? ਬਹੁਤ ਹੀ ਹਾਈਲੀ ਐਨਰਜੈਟਿਕ ਰੇਜ਼ ਨੂੰ ਬਣਾਉਣਾ ਸ਼ੁਰੂ ਕਰਤਾ। ਇਟਸ ਲਾਈਕ ਤੁਸੀਂ ਇਹ ਸੋਚੋ ਕਿ ਤੁਹਾਡੇ ਕੋਲ ਘਰੇ ਕੁਝ ਇਸ ਸਾਈਜ਼ ਦਾ ਹੀਟਰ ਸੀਗਾ, ਤੁਸੀਂ ਉਹਦੀ ਕੋਇਲਸ ਨੂੰ ਘੁਮਾ ਕੇ ਐਨੇ ਸਾਈਜ਼ ਦੇ ਵਿੱਚ ਕਰਤਾ। ਤਾਂ ਹੁਣ ਇਮੇਜਿਨ ਕਰੋ ਕਿ ਉਸ ਛੋਟੇ ਜਿਹੇ ਹੀਟਰ ਤੋਂ ਕਿੰਨੀ ਜ਼ਿਆਦਾ ਇੰਟੈਂਸਿਟੀ ਨਾਲ ਹੀਟ ਨਿਕਲ ਰਹੀ ਹੋਊਗੀ ਵਰਸਸ ਜਿਸ ਦਾ ਸਾਈਜ਼ ਕੁਝ ਇੰਨਾ ਵੱਡਾ ਸੀਗਾ। ਤਾਂ ਸੇਮ ਉਰੇ ਕੁਝ ਹੋ ਰਿਹਾ ਕਿ ਉਰੇ ਪਲਾਜ਼ਮਾ ਨੂੰ ਕੰਸੈਂਟਰੇਟ ਕਰਤਾ ਮੈਗਨੈਟਿਕ ਫੀਲਡ ਲਾਈਨਸ ਨੇ, ਇਹ ਸੋਲਰ ਫਲੇਅਰ ਬਣਾ ਰਿਹਾ। ਦੈਨ ਕੋਰੋਨਲ ਮਾਸ ਇਜੈਕਸ਼ਨ ਦੇ ਵਿੱਚ ਕੀ ਹੋਣਾ ਕਿ ਯਾਰ ਉਰੇ ਨਾ ਪਲਾਜ਼ਮਾ ਆਪਣੇ ਆਪ ਬਾਹਰ ਨਿਕਲ ਗਿਆ। ਜਿਹੜਾ ਪਲਾਜ਼ਮਾ ਇਕੱਠਾ ਹੋਇਆ ਸੀਗਾ ਮੈਗਨੈਟਿਕ ਫੀਲਡ ਲਾਈਨਸ ਨੇ ਇਕੱਠਾ ਕੀਤਾ ਸੀਗਾ, ਉਹ ਬਾਹਰ ਨਿਕਲ ਗਿਆ। ਕੋਰੋਨਲ ਮਾਸ ਇਜੈਕਸ਼ਨ। ਇਹ ਐਕਟੀਵਿਟੀਜ਼ ਮੈਕਸਿਮਮ ਉਦੋਂ ਹੋਣੀਆਂ ਜਦੋਂ ਆਪਾਂ ਸੋਲਰ ਮੈਕਸਿਮਾ ਦਾ ਫੇਸ ਕਵਰ ਕਰਦੇ ਹਾਂ। ਦਿਸ ਸਟੇਟਮੈਂਟ 2 ਇਜ਼ ਇਨਕਰੈਕਟ।
Solar cycle begins with the solar minimum characterized by few sunspots and peaks at solar maximum। ਤਾਂ ਇਹ ਸਾਰੀ ਗੱਲ ਸਹੀ ਹੈ ਜੀ, ਕਿਉਂਕਿ ਸੋਲਰ ਜਿਹੜਾ ਪਲਾਜ਼ਮਾ ਹੈਗਾ ਟੁਵਰਡਸ ਅਰਥ ਟਰੈਵਲ ਕਰਦਾ ਹੈ। ਅਰਥ ਦੀ ਜਿਹੜੀ ਲੈਟਸ ਸੇ ਸੈਟੇਲਾਈਟਸ ਹੈ ਜਾਂ ਕਮਿਊਨੀਕੇਸ਼ਨ ਸਿਸਟਮ ਹੈ ਉਹ ਸਾਰਿਆਂ ਨੂੰ ਹਾਰਮ ਕਰ ਸਕਦਾ, ਕਿਉਂਕਿ ਬਹੁਤ ਹੀ ਚਾਰਜਡ ਪਾਰਟੀਕਲਸ ਹੁੰਦੇ ਹਨ। Giant eruptions like solar flares and coronal mass ejections during solar cycles have no significant effect on the earth। ऐसा तो हो ही नहीं सकता। They do have a great significant effect on earth। So in my view the right answer is 2 only। Next, gravitational waves were first predicted by Albert Einstein in 1916 as a part of his general theory of relativity। Is it correct or not? Yes, this is correct। ਆਇਨਸਟਾਈਨ ਨੇ ਦੋ ਥਿਊਰੀਜ਼ ਦਿੱਤੀ ਸੀਗੀ, ਇੱਕ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਐਂਡ ਦੀ ਅਦਰ ਵਨ ਵਾਸ ਜਨਰਲ ਥਿਊਰੀ ਆਫ ਰਿਲੇਟਿਵਿਟੀ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜਾ ਥੋੜਾ ਸਪੇਸ ਹੈ ਨਾ, ਜਿਹੜਾ ਸਪੇਸ ਹੈਗਾ ਉਹ ਸਪੇਸ ਟਾਈਮ ਫੈਬਰਿਕ ਹੈ। ਸਪੇਸ ਟਾਈਮ ਫੈਬਰਿਕ ਦਾ ਕੰਸੈਪਟ ਲੈ ਕੇ ਆਏ ਸੀਗੇ ਜਨਰਲ ਥਿਊਰੀ ਆਫ ਰਿਲੇਟਿਵਿਟੀ ਦੇ ਵਿੱਚ। ਤੇ ਉਰੇ ਇਹਨਾਂ ਨੇ ਕਿਹਾ ਸੀਗਾ ਗ੍ਰੈਵਿਟੇਸ਼ਨ ਕੋਈ ਫੋਰਸ ਨਹੀਂ ਹੈਗਾ, ਗ੍ਰੈਵਿਟੇਸ਼ਨ ਦਾ ਇੱਕ ਇਫੈਕਟ ਹੈ। ਇਹ ਸਾਰੀ ਚੀਜ਼ਾਂ ਆਪਾਂ ਬਹੁਤ ਆਰਾਮ ਨਾਲ ਆਪਣੀ ਕਲਾਸਿਸ ਦੇ ਵਿੱਚ ਡਿਸਕਸ ਕੀਤੀਆਂ ਹੋਈਆਂ, ਠੀਕ ਹੈ। ਜਿਨ੍ਹਾਂ ਨੇ ਸਾਡੀ ਕਲਾਸਿਸ ਅਟੈਂਡ ਕੀਤੀਆਂ ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਫਸਟ ਸਟੇਟਮੈਂਟ ਇਜ਼ ਐਬਸੋਲੂਟਲੀ ਕਰੈਕਟ। ਸੈਕਿੰਡ, ਦ ਫਸਟ ਡਾਇਰੈਕਟ ਡਿਟੈਕਸ਼ਨ ਆਫ ਗ੍ਰੈਵਿਟੇਸ਼ਨਲ ਵੇਵਸ ਅਕਰਡ ਇਨ 2015, ਰਾਈਟ। ਉਰੇ ਲੀਗੋ ਆਬਜ਼ਰਵੇਟਰੀਜ਼ ਦੀ ਗੱਲ ਕਰਦੇ ਹਾਂ ਆਪਾਂ, ਉਹਨਾਂ ਨੇ ਜਾਇੰਟ ਇੱਕ ਮਰਜਰ ਹੋ ਰਿਹਾ ਸੀਗਾ ਦੋ ਬਲੈਕ ਹੋਲਸ ਦਾ, ਉੱਥੋਂ ਬਲੈਕ ਗ੍ਰੈਵਿਟੇਸ਼ਨਲ ਵੇਵਸ ਦਾ ਇੱਕ ਆਪਣੇ ਕੋਲ ਪ੍ਰਮਾਣ ਆ ਚੁੱਕਿਆ ਸੀਗਾ। ਆਪਸ਼ਨ 2 ਇਜ਼ ਆਲਸੋ ਕਰੈਕਟ। Then comes option 3 statement, gravitational waves propagate through space time and at speeds exceeding the speed of light। ਕਹਿੰਦੇ gravitational waves ਦੀ ਜਿਹੜੀ ਸਪੀਡ ਹੈ space time fabric ਦੇ ਵਿੱਚ it exceeds the speed of light। nothing can exceed the speed of light। ਸਿੰਪਲ ਜੀ ਗੱਲ ਸਮਝੋ, ਜਿਹੜੀ ਚੀਜ਼ ਕੋਲ ਮਾਸ ਹੈ, ਜਿਹੜੀ ਕੋਲ એનર્ਜੀ ਹੈ, ਉਹ ਲਾਈਟ ਦੀ ਸਪੀਡ ਤੋਂ ਉੱਤੇ ਨਹੀਂ ਹੋ ਸਕਦੀ। ਗ੍ਰੈਵਿਟੇਸ਼ਨਲ ਵੇਵ ਦੀ ਜਿਹੜੀ ਸਪੀਡ ਹੈ ਇਟ ਇਜ਼ ਇਕੁਇਵਲੈਂਟ ਟੂ that of light, not more than that। So option 3 is incorrect। gravitational waves are formed exclusively by the collision of neutron star और इसके अलावा किसी होर चीज तो नहीं बनते। ये तो अपने आप विच स्टेटमेंट ही इनकरेक्ट है। So the right answer in this case is 2 only। इन्होंने पूछा how many of the above statements are incorrect। Next, ਹੁਣ ਆਹ ਸਟੈਲਰ ਐਵੋਲੂਸ਼ਨ ਤੇ ਰੈਮਨੈਂਟਸ ਦੀ ਗੱਲ ਉਰੇ ਕਰਨ ਵਾਲੇ ਆਪਾਂ ਵੇਰੀਅਸ ਸਟੇजेस ਆਫ ਸਨ ਦੀ ਗੱਲ ਕਰਨ ਵਾਲੇ। ਸਨ ਅੱਜ ਦੇ ਟਾਈਮ ਤੇ ਤੁਹਾਨੂੰ ਇੱਕ ਬ੍ਰਾਈਟ ਸਪੌਟ ਦਿਖਦਾ, ਪਰ ਉਹ ਹਮੇਸ਼ਾ ਬ੍ਰਾਈਟ ਸਪੌਟ ਨਹੀਂ ਰਹੂਗਾ। ਹੌਲੀ ਸਨ ਨੇ ਏਜ ਵੀ ਹੋਣਾ, ਠੀਕ ਹੈ। ਉਹ ਏਜ ਹੋ ਕੇ ਕੀ ਬਣੂਗਾ, ਉਸ ਤੋਂ ਬਾਅਦ ਕੀ ਬਣੂਗਾ, ਕਿਆ ਉਹ ਬਲੈਕ ਹੋਲ ਬਣ ਸਕਦਾ, ਕਿਆ ਉਹ ਨਿਊਟਰੋਨ ਸਟਾਰ ਬਣ ਸਕਦਾ, ਇਹ ਸਾਰੀਆਂ ਗੱਲਾਂ ਨੂੰ ਆਪਾਂ ਉਰੇ ਡਿਸਕਸ ਕਰਨ ਵਾਲੇ ਹਾਂ ਜੀ। ਚਲਿਏ, a red giant forms when a star like sun exhausts its core hydrogen, expands its outer layer and eventually sheds them to leave behind a white dwarf supported by electron degeneracy pressure। ਹੁਣ ਬੋਲੋਗੇ ਸਰ ਇੰਨੀ ਸਾਰੀ ਗੱਲਾਂ ਇੱਕ ਹੀ ਸਟੇਟਮੈਂਟ ਪੁੱਛ ਲਈਆਂ। ਦੇਖੋ ਇੰਪੋਰਟੈਂਟ ਇਹ ਹੈ ਕਿ ਆਪਾਂ ਕੰਸੈਪਟ ਕਵਰ ਕਰੀਏ ਬਹੁਤ ਵਧੀਆ ਤਰੀਕੇ ਨਾਲ, ਠੀਕ ਹੈ। ਤਾਂ ਹੀ ਫਾਇਦਾ ਸਾਰੇ ਕੁਐਸਚਨਸ ਕਰਨ ਦਾ, ਤਾਂ ਹੀ ਫਾਇਦਾ ਤੁਹਾਡਾ ਰਿਵਾਈਜ਼ ਕਰਨ ਦਾ, ਤਾਂ ਹੀ ਫਾਇਦਾ ਮੇਰੇ ਵੀ ਉਰੇ ਆ ਕੇ ਟਾਈਮ ਦੇਣ ਦਾ। ਚਲਿਏ, ਰੈਡ ਜਾਇੰਟ ਦੀ ਗੱਲ ਹੋ ਰਹੀ ਹੈ ਜੀ ਉਰੇ ਆਪਾਂ ਸਾਰੇ ਕੰਸੈਪਟ ਨੂੰ ਇੱਕ ਵਾਰ ਚ ਕਵਰ ਕਰ ਲੈਂਦੇ ਹਾਂ। ਦੇਖੋ, ਨੋਰਮਲ ਸਨ ਹੈ ਜੀ, ਨੋਰਮਲ ਸਟਾਰ ਹੈ, ਨੋਰਮਲ ਸਨ ਹੈ। ਇਹਦੇ ਵਿੱਚ ਨਾ ਦੋ ਫੋਰਸਿਸ ਅਪਲਾਈ ਹੋ ਰਹੀਆਂ ਉਰੇ। ਇੱਕ ਹੈਗੀ ਹੈ ਗ੍ਰੈਵਿਟੇਸ਼ਨਲ ਫੋਰਸ। ਗ੍ਰੈਵਿਟੇਸ਼ਨਲ ਫੋਰਸ ਦਾ ਕੰਮ ਕੀ ਹੈ? ਗ੍ਰੈਵਿਟੇਸ਼ਨਲ ਫੋਰਸ ਕੀ ਕਰੂਗੀ, ਇਸ ਨੂੰ ਐ ਕੁਛ ਇਨਵਰਡ ਪੁੱਲ ਕਰਨ ਦੀ ਕੋਸ਼ਿਸ਼ ਕਰੂ। ਗ੍ਰੈਵਿਟੀ ਦਾ ਕੰਮ ਹੀ ਇਹੀ ਹੈ ਯਾਰ, ਉਹ ਪੁੱਲ ਕਰ ਰਹੀ ਹੈ ਇਨਵਰਡ, ਠੀਕ ਹੈ। ਦੀ ਅਦਰ ਫੋਰਸ ਵਿਚ ਇਜ਼ ਐਕਟਿੰਗ ਓਵਰ ਹੇਅਰ ਇਜ਼ ਥਰਮਲ ਫੋਰਸ। ਥਰਮਲ ਫੋਰਸ ਕੀ ਕਰ ਰਹੀ ਹੈ ਕਿ ਆਪ ਤੁਸੀਂ ਸੋਚੋ ਕਿ ਤੁਸੀਂ ਕਿਸੇ ਚੀਜ਼ ਨੂੰ ਹੀਟ ਕਰ ਰਹੇ ਹੋ, ਜੇ ਹੀਟ ਹੋਏਗੀ ਤਾਂ ਉਸ ਚੀਜ਼ ਦੀ ਟੈਂਡੈਂਸੀ ਕੀ ਹੋਗੀ, ਉਸ ਚੀਜ਼ ਦੀ ਟੈਂਡੈਂਸੀ ਹੋਗੀ ਐਕਸਪੈਂਡ ਕਰਨ ਦੀ। ਕਿਸੇ ਵੀ ਚੀਜ਼ ਨੂੰ ਹੀਟ ਕਰੋ ਉਹ ਐਕਸਪੈਂਡ ਹੋਣਾ ਚਾਹ ਰਹੀ ਹੈ, ਤਾਂ ਦੋ ਫੋਰਸਿਸ ਉਰੇ ਕੰਮ ਕਰ ਰਹੀਆਂ। ਗ੍ਰੈਵਿਟੇਸ਼ਨਲ ਫੋਰਸ ਜੋ ਉਹਨੂੰ ਕੰਪਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਥਰਮਲ ਫੋਰਸ ਕੀ ਕਰ ਰਹੀ ਹੈ, ਉਹਨੂੰ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਇਸ ਸਾਰੇ ਸਟਾਰਸ ਦੇ ਵਿੱਚ ਇਹ ਦੋ ਫੋਰਸਿਸ ਦਾ ਇੰਟਰਪਲੇ ਚੱਲ ਰਿਹਾ। ਜਿਹੜੀ ਫੋਰਸ ਡੋਮੀਨੇਟ ਕਰੂਗੀ ਸਟਾਰ ਉਸ ਪਾਸੇ ਨੂੰ ਜਾਊਗਾ। ਫਿਲਹਾਲ ਕੀ ਹੋ ਰਿਹਾ, ਫਿਲਹਾਲ ਸਨ ਦੇ ਅੰਦਰ ਕੀ ਹੋ ਰਿਹਾ ਜੀ, ਹਾਈਡਰੋਜਨ ਜਿਹੜਾ ਹੋ ਰਿਹਾ ਉਹ ਫਿਊਜ਼ ਹੋ ਰਿਹਾ ਹੀਲੀਅਮ ਦੇ ਵਿੱਚ। ਹਾਈਡਰੋਜਨ ਇਜ਼ ਫਿਊਲਿੰਗ ਇਨਟੂ ਹੀਲੀਅਮ। ਇੱਕ ਗੱਲ ਹੋਰ ਧਿਆਨ ਚ ਰੱਖੋ, ਜਿੰਨਾ ਆਪਾਂ ਹੈਵੀਅਰ ਐਲੀਮੈਂਟਸ ਵੱਲ ਜਾਂਦੇ ਆ, ਹੀਲੀਅਮ ਤੋਂ ਮੈਂ ਲੈਟਸ ਸੇ ਕਾਰਬਨ ਦੀ ਗੱਲ ਕਰਾਂ, ਆਕਸੀਜਨ ਦੀ ਗੱਲ ਕਰਾਂ, ਨਿਓਨ ਦੀ ਗੱਲ ਕਰਾਂ, ਮੈਗਨੀਸ਼ੀਅਮ ਦੀ ਗੱਲ ਕਰਾਂ, ਉਸ ਤੋਂ ਬਾਅਦ ਮੈਂ ਆਇਰਨ ਦੀ ਗੱਲ ਕਰਾਂ, ਇਹ ਸਾਰੇ ਹੈਵੀਅਰ ਐਲੀਮੈਂਟਸ ਹੁੰਦੇ ਜਾ ਰਹੇ ਆ। ਜਿੰਨਾ ਮੈਂ ਹੈਵੀਅਰ ਐਲੀਮੈਂਟਸ ਵੱਲ ਜਾ ਰਿਹਾ ਉਨਾ ਮੈਨੂੰ ਫਿਊਜ਼ਨ ਕਰਾਉਣਾ ਮੁਸ਼ਕਿਲ ਹੁੰਦਾ ਜਾਊਗਾ।
ਲਾਈਟਰ ਐਲੀਮੈਂਟਸ ਦੀ ਫਿਊਜ਼ਨ ਸੌਖੀ ਹੋ ਜਾਂਦੀ ਹੈ, ਘੱਟ ਟੈਂਪਰੇਚਰ ਤੇ ਹੋ ਜਾਂਦੀ ਹੈ। ਮੈਂ ਭਾਵੇਂ ਕਹਿ ਰਿਹਾ ਘੱਟ ਟੈਂਪਰੇਚਰ ਤੇ ਹੋ ਜਾਂਦੀ ਹੈ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ 1000 ਡਿਗਰੀ ਤੇ ਕਰਾ ਦੋਗੇ, ਨਹੀਂ, ਤੁਹਾਨੂੰ ਫੇਰ ਵੀ ਮਿਲੀਅਨਸ ਆਫ ਡਿਗਰੀਜ਼ ਤਾਂ ਚਾਹੀਦਾ ਹੀ ਚਾਹੀਦਾ ਟੂ ਸਟਾਰਟ ਫਿਊਜ਼ਨ। ਤਾਂ ਹੀ ਕਰਕੇ ਅੱਜ ਆਪਾਂ ਨਿਊਕਲੀਅਰ એનર્ਜੀ ਦੀ ਗੱਲ ਕਰਦੇ ਹਾਂ, ਆਪਾਂ ਨਿਊਕਲੀਅਰ ਫਿਸ਼ਨ ਦੀ ਗੱਲ ਕਰ ਪਾਉਂਦੇ ਹਾਂ, ਫਿਊਜ਼ਨ ਦੀ ਗੱਲ ਨਹੀਂ ਕਰ ਪਾਉਂਦੇ। ਸੋ ਸਨ ਦੀ ਕੋਰ ਵਿੱਚ ਫਿਊਜ਼ਨ ਹੋ ਰਹੀ ਹੈ, ਹਾਈਡਰੋਜਨ ਇਜ਼ ਬੀਇੰਗ ਫਿਊਜ਼ਡ ਇਨਟੂ ਹੀਲੀਅਮ, ਦੈਟਸ ਵਨ ਪਾਰਟ। ਤਾਂ ਉਰੇ ਲੈਟਸ ਸੇ ਸਨ ਦੇ ਅੰਦਰ ਗ੍ਰੈਵਿਟੀ ਵੀ ਆਪਣਾ ਇੱਕ ਰੋਲ ਪਲੇ ਕਰ ਰਹੀ ਹੈ, ਗ੍ਰੈਵਿਟੀ ਨੂੰ ਐ ਕੰਪਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਐਵੇਂ, ਬਟ ਕਿਉਂਕਿ ਫਿਊਜ਼ਨ ਹੋ ਰਹੀ ਹੈ, ਫਿਊਜ਼ਨ ਇੱਕ ਹੀਟ ਜਨਰੇਟ ਕਰ ਰਹੀ ਹੈ, ਤੇ ਸਨ ਦਾ ਜਿਹੜਾ ਟੈਂਡੈਂਸੀ ਹੈ ਬਾਹਰ ਜਾਣ ਦੀ ਹੋ ਰਹੀ ਹੈ। ਤਾਂ ਦੋਨੋਂ ਫੋਰਸਿਸ ਆਪਣੇ ਆਪ ਨੂੰ, ਦੋਨਾਂ ਨੂੰ ਇੱਕ ਦੂਜੇ ਨੂੰ ਬੈਲੈਂਸ ਕਰ ਰਹੀ ਹੈ, ਤਾਂ ਸਨ ਆਪਾਂ ਨੂੰ ਇੱਕ ਨਾਰਮਲ ਸਟੇਬਲ ਫੇਜ਼ ਵਿੱਚ ਦਿਖਦਾ ਹੈ। ਮੰਨ ਲਓ ਹੋਣਾ ਕੀ ਹੈ, ਹੁਣ ਹਮੇਸ਼ਾ ਤਾਂ ਫਿਊਜ਼ਨ ਹੋਣੀ ਨਹੀਂ ਹੈਗੀ, ਕਦੋਂ ਤੋਂ ਇੱਕ ਟਾਈਮ ਆਊਗਾ ਕਿ ਹਾਈਡਰੋਜਨ ਸਾਰਾ ਫਿਊਜ਼ ਹੋ ਜਾਊਗਾ ਕਿਹਦੇ ਵਿੱਚ, ਹੀਲੀਅਮ ਦੇ ਵਿੱਚ। ਯਾਨੀ ਕਿ ਹੁਣ ਸਨ ਦੀ ਕੋਰ ਵਿੱਚ ਹਾਈਡਰੋਜਨ ਨਹੀਂ ਬਚਿਆ, ਸਿਰਫ ਹੀਲੀਅਮ ਬਚਿਆ। ਇੱਕ ਗੱਲ ਹੋਰ ਦੱਸੋ ਮੈਨੂੰ, ਕਿ ਜੇ ਮੈਂ ਕੋਰ ਦੀ ਗੱਲ ਕਰਾਂ, ਟੈਂਪਰੇਚਰ ਸਭ ਤੋਂ ਜ਼ਿਆਦਾ ਕੋਰ 'ਚ ਹੋਊਗਾ, ਕੋਰ ਤੋਂ ਥੋੜਾ ਬਾਹਰ ਟੈਂਪਰੇਚਰ ਘੱਟ ਹੋਣ ਵਾਲਾ, ਤਾਂ ਜਿੱਥੇ ਸਭ ਤੋਂ ਜ਼ਿਆਦਾ ਟੈਂਪਰੇਚਰ ਹੋਊਗਾ ਉੱਥੇ ਹੀ ਸਭ ਤੋਂ ਜ਼ਿਆਦਾ ਫਿਊਜ਼ਨ ਹੋਣੀ ਹੈ, ਉੱਥੇ ਹੀ ਫਟਾਫਟ ਫਿਊਜ਼ਨ ਵੀ ਹੋਣੀ ਹੈ। ਤੇ ਜੇ ਫਟਾਫਟ ਫਿਊਜ਼ਨ ਹੋਊਗੀ ਤਾਂ ਹਾਈਡਰੋਜਨ ਸਭ ਤੋਂ ਜ਼ਿਆਦਾ ਫਟਾਫਟ ਕਿੱਥੇ ਫਿਊਜ਼ ਹੋਊਗਾ, ਹੀਲੀਅਮ ਦੇ ਫਾਰਮ ਵਿੱਚ ਹੋਊਗਾ, ਕਿੱਥੇ, ਕੋਰ ਦੇ ਵਿੱਚ ਹੋਊਗਾ। ਆਊਟਰ ਲੇਅਰ ਦੇ ਵਿੱਚ ਉਨਾ ਜਲਦੀ ਉਹਦੀ ਫਿਊਜ਼ਨ ਨਹੀਂ ਹੋਣੀ ਹੈ, ਠੀਕ ਹੈ। ਤਾਂ ਹੁਣ ਕੀ ਹੋਇਆ ਜੀ, ਇੱਕ ਸਟੇਜ ਆ ਗਈ ਕਿ ਜਿੱਥੇ ਹੁਣ ਥੋੜਾ ਸਨ ਜਿਹੜਾ ਸੀਗਾ ਉਹਨੇ ਸਾਰਾ ਆਪਣਾ ਹਾਈਡਰੋਜਨ ਮੁਕਾਤਾ, ਉਹਦੀ ਫਿਊਜ਼ਨ ਹੋ ਚੁੱਕੀ ਹੈ ਹੀਲੀਅਮ ਦੇ ਵਿੱਚ, ਯਾਨੀ ਕਿ ਕੋਰ ਦੇ ਵਿੱਚ ਹੁਣ ਹੀਲੀਅਮ ਬਚਿਆ ਹੋਇਆ, ਇਸ ਤੋਂ ਬਾਹਰ ਹਾਲੇ ਵੀ ਹਾਈਡਰੋਜਨ ਪਿਆ ਹੋਇਆ। ਹੁਣ ਹੀਲੀਅਮ ਨੂੰ ਫਿਊਜ਼ ਹੋਣਾ ਟਾਈਮ ਲੱਗੂਗਾ ਜੀ, ਟੈਂਪਰੇਚਰ ਵੀ ਹੋਰ ਜ਼ਿਆਦਾ ਲੱਗੂਗਾ। ਤਾਂ ਹੁਣ ਕੀ ਹੋ ਰਿਹਾ, ਹੁਣ ਗ੍ਰੈਵਿਟੀ ਤਾਂ ਉਹ ਵੇਟ ਨਹੀਂ ਕਰੂਗੀ, ਗ੍ਰੈਵਿਟੀ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ, ਗ੍ਰੈਵਿਟੀ ਇਹਨੂੰ ਐਂ ਕੰਪਰੈਸ ਕਰਦੀ ਹੈ, ਗ੍ਰੈਵਿਟੀ ਨੂੰ ਹੋਰ ਥੋੜਾ ਕੰਪਰੈਸ ਕਰ ਰਹੀ ਹੈ। ਤਾਂ ਜਦੋਂ ਗ੍ਰੈਵਿਟੀ ਕੰਪਰੈਸ ਕਰੂਗੀ, ਮੋਲੀਕਿਊਲਸ ਆਪਸ 'ਚ ਇੱਕ ਦੂਜੇ ਦੇ ਪਾਸ ਆਉਣਾ ਸ਼ੁਰੂ ਹੋ ਜਾਣਗੇ, ਆਪਸ 'ਚ ਹੋਰ ਟਾਈਟਲੀ ਪੈਕ ਹੋਣਾ ਸ਼ੁਰੂ ਹੋਣਗੇ, ਟੈਂਪਰੇਚਰ ਵਧਣਾ ਸ਼ੁਰੂ ਹੋਊਗਾ, ਕਲਾਈਡ ਕਰਨਗੇ ਆਪਣੇ ਆਪ 'ਚ, ਠੀਕ ਹੈ। ਉਹਦੇ ਕਰਕੇ ਟੈਂਪਰੇਚਰ ਵਧਣਾ ਸ਼ੁਰੂ ਹੋਊਗਾ। ਤਾਂ ਇੱਕ ਸਟੇਜ ਆ ਸਕਦੀ ਹੈ ਥੋੜੇ ਟਾਈਮ ਬਾਅਦ ਕਿ ਜਦੋਂ ਹੀਲੀਅਮ ਵੀ ਫਿਊਜ਼ ਹੋਣਾ ਸ਼ੁਰੂ ਹੋ ਜਾਊ, ਫਿਲਹਾਲ ਨਹੀਂ ਹੋ ਰਿਹਾ। ਹੁਣ ਜਦੋਂ ਲੈਟਸ ਸੇ ਇਸ ਕੋਰ ਦਾ ਤੇ ਕੋਰ ਦੀ ਸਰਾਊਂਡਿੰਗ ਜਿਹੜੀ ਚੀਜ਼ ਹੈਗੀ ਥੋੜੀ ਜਿਹੀ ਪੈਰੀਫਰੀ, ਉਹਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ, ਪੈਰੀਫਰੀ ਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ, ਉਰੇ ਜਿਹੜਾ ਹਾਈਡਰੋਜਨ ਸੀਗਾ ਉਹ ਫਟਾਫਟ ਫਿਊਜ਼ ਹੋਣਾ ਸ਼ੁਰੂ ਹੋ ਗਿਆ, ਕਿਹਦੇ ਵਿੱਚ, ਹੀਲੀਅਮ ਦੇ ਵਿੱਚ। ਕੋਰ ਦੇ ਵਿੱਚ ਤਾਂ ਹਾਈਡਰੋਜਨ ਬਚਿਆ ਹੀ ਨਹੀਂ, ਕੋਰ ਦੇ ਵਿੱਚ ਤਾਂ ਸਿਰਫ ਹੀਲੀਅਮ ਹੈ। ਬਾਹਰ ਵਾਲੇ ਪਾਸੇ ਕੋਰ ਤੋਂ ਥੋੜਾ ਜਿਹਾ ਬਾਹਰ ਹਾਈਡਰੋਜਨ ਮੌਜੂਦ ਸੀਗਾ, ਹੁਣ ਉਹ ਫਿਊਜ਼ ਹੋ ਰਿਹਾ, ਹੀਲੀਅਮ ਦੇ ਵਿੱਚ ਫਿਊਜ਼ ਹੋਣਾ ਸ਼ੁਰੂ ਹੋ ਗਿਆ। ਤੇ ਬਾਹਰ ਵਾਲੇ ਪਾਸੇ ਕੀ ਹੋ ਰਿਹਾ, ਬਾਹਰ ਕੀ ਹੋ ਰਿਹਾ, ਐਕਸਪੈਂਡ ਹੋਣਾ ਸ਼ੁਰੂ ਹੋ ਗਿਆ, ਐਕਸਪੈਂਸ਼ਨ ਹੋਣਾ ਸ਼ੁਰੂ ਹੋ ਚੁੱਕੀ ਹੈ ਜੀ। ਐਕਸਪੈਂਸ਼ਨ ਹੋ ਰਹੀ ਹੈ ਤਾਂ ਉਹਦੇ ਨਾਲ ਕੀ ਹੋਊਗਾ, ਉਹ ਨਾ ਕੁਝ ਬੜਾ ਹੁੰਦਾ ਜਾਊਗਾ। ਯਾਨੀ ਕਿ ਇਟਸ ਲਾਈਕ ਕਿ ਕੋਰ ਕੰਪਰੈਸ ਹੋਈ ਹੈ, ਬਟ ਉਹ ਤੋਂ ਬਾਹਰ ਵਾਲਾ ਜਿਹੜਾ ਏਰੀਆ ਉਹ ਐਕਸਪੈਂਡ ਹੋਣਾ ਸ਼ੁਰੂ ਹੋ ਗਿਆ, ਕੁਝ ਇਸ ਤਰੀਕੇ ਨਾਲ। ਐਂ ਲੱਗ ਰਿਹਾ ਕਿ ਇਹ ਜਾਇੰਟ ਬਣਦਾ ਜਾ ਰਿਹਾ ਹੈ, ਪਰ ਇਹਨੂੰ ਆਪਾਂ ਰੈੱਡ ਜਾਇੰਟ ਕਿਉਂ ਕਹਿ ਰਹੇ ਹਾਂ, ਰੈੱਡ ਜਾਇੰਟ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਹਦਾ ਨਾ ਟੈਂਪਰੇਚਰ ਉਹਨਾਂ ਜ਼ਿਆਦਾ ਨਹੀਂ ਹੈਗਾ, ਸਪੈਸ਼ਲੀ ਵੈਨ ਆਮ ਟਾਕਿੰਗ ਅਬਾਊਟ ਦੀ ਆਊਟਰ ਸਰਫੇਸ, ਵੱਡਾ ਹੁੰਦਾ ਜਾ ਰਿਹਾ, ਟੈਂਪਰੇਚਰ ਜ਼ਿਆਦਾ ਨਹੀਂ ਹੈਗਾ। ਕਿਉਂ ਯਾਰ, ਉਹਨਾਂ ਦਾ ਤਾਂ ਹਾਈਡਰੋਜਨ ਨਹੀਂ ਹੈਗਾ ਜਿੰਨਾ ਕੋਰ ਦੇ ਵਿੱਚ ਹੁੰਦਾ ਸੀਗਾ, ਸਿੰਪਲ ਜੀ ਗੱਲ ਹੈ। ਤਾਂ ਉਰੇ એનર્ਜੀ ਉਨੀ ਜ਼ਿਆਦਾ ਨਹੀਂ ਹੈਗੀ, ਟੈਂਪਰੇਚਰ ਉਹਨਾਂ ਜ਼ਿਆਦਾ ਨਹੀਂ ਹੈਗਾ। ਤੇ ਜੇ ਮੈਂ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਦੀ ਵੀ ਗੱਲ ਕਰਾਂ ਜਾਂ ਵਿਜ਼ੀਬਲ ਸਪੈਕਟਰਮ ਦੀ ਗੱਲ ਕਰਾਂ, ਮੈਂ ਕਿਹਾ ਸੀਗਾ ਕਿ ਰੈੱਡ ਕਲਰ ਨੂੰ ਆਪਾਂ ਲੌਂਗਰ ਵੇਵਲੈਂਥ ਨਾਲ ਲਿੰਕ ਕਰਦੇ ਹਾਂ, એનર્ਜੀ ਉਹਦੀ ਘੱਟ ਹੁੰਦੀ ਹੈ। ਤਾਂ ਉਰੇ એનર્ਜੀ ਜੇ ਘੱਟ ਹੈਗੀ ਹੈ ਤਾਂ ਮੇ ਬੀ ਇੱਥੋਂ ਆਉਣ ਵਾਲੀ ਜਿਹੜੀ ਲਾਈਟ ਹੈ ਨਾ, ਮੈਨੂੰ ਲੌਂਗਰ ਵੇਵਲੈਂਥ ਵਾਲੇ ਪਾਸੇ ਮਿਲੂਗੀ, ਮੈਨੂੰ ਰੈੱਡ ਕਲਰ ਦਾ ਮੈਨੂੰ ਦਿਖਣਾ ਸ਼ੁਰੂ ਹੋ ਜਾਊਗਾ। ਬਿਲਕੁਲ ਸਹੀ ਗੱਲ, ਤਾਂ ਕਰਕੇ ਆਪਾਂ ਇਹਨੂੰ ਕਹਿਤਾ ਰੈੱਡ ਜਾਇੰਟ। ਹੁਣ ਰੈੱਡ ਜਾਇੰਟ ਦੇ ਵਿੱਚ ਕੀ ਹੋਣਾ ਜੀ, ਆਊਟਰ ਕੋਰ ਤਾਂ ਹੌਲੀ ਹੌਲੀ ਆਊਟਰ ਪੈਰੀਫਰੀ ਦੀ ਗੱਲ ਕਰਨਾ, ਹੌਲੀ ਇਹਨੇ ਡਿਸੀਪੇਟ ਹੋਣਾ ਸ਼ੁਰੂ ਹੋ ਜਾਣਾ। ਇੰਟਰਨਲ ਇੱਕ ਕੋਰ ਹੈ ਜਿਹੜੀ ਕੰਪਰੈਸ ਹੁੰਦੀ ਜਾ ਰਹੀ ਹੈ, ਜਿਹਦਾ ਸਾਈਜ਼ ਘੱਟ ਹੁੰਦਾ ਜਾ ਰਿਹਾ, ਉਹਦੇ ਵਿੱਚ ਹੈਗਾ ਹੀਲੀਅਮ। ਤੇ ਇੱਕ ਪੁਆਇੰਟ ਆਊਗਾ ਜਦੋਂ ਹੀਲੀਅਮ ਨੇ ਟ੍ਰਿਗਰ ਹੋਣਾ ਸ਼ੁਰੂ ਹੋ ਜਾਣਾ, ਫਿਊਜ਼ਨ ਹੋਣਾ ਸ਼ੁਰੂ ਹੋ ਜਾਣੀ ਹੈ ਹੀਲੀਅਮ ਦੀ, ਕਿਹਦੇ ਵਿੱਚ, ਕਾਰਬਨ ਦੇ ਵਿੱਚ। ਯਾਨੀ ਕਿ ਸੈਕਿੰਡ ਸਟੇਜ ਆ ਚੁੱਕੀ ਹੈ ਹੁਣ ਇਸੇ ਰੈੱਡ ਜਾਇੰਟ ਦੇ ਵਿੱਚ। ਰੈੱਡ ਜਾਇੰਟ ਦਾ ਬਾਹਰ ਵਾਲਾ ਪਾਰਟ ਡਿਸੀਪੇਟ ਹੋਣਾ ਸ਼ੁਰੂ ਹੋ ਗਿਆ, ਕੋਰ ਜਿਹੜੀ ਸੀਗੀ ਉਹਦੇ ਵਿੱਚ ਕੀ ਹੋਊਗਾ, ਹੁਣ ਹੀਲੀਅਮ ਫਿਊਜ਼ ਹੋਣਾ ਸ਼ੁਰੂ ਹੋ ਜਾਊਗਾ ਕਾਰਬਨ ਦੇ ਵਿੱਚ, ਠੀਕ ਹੈ ਜੀ। ਤਾਂ ਹੁਣ ਜਿਹੜੀ ਅਗਲੀ ਸਟੇਜ ਆ ਰਹੀ ਹੈ, ਹੀਲੀਅਮ ਕਾਰਬਨ ਦੇ ਵਿੱਚ ਫਿਊਜ਼ ਹੋਣਾ ਸ਼ੁਰੂ ਹੋ ਗਿਆ। ਹੁਣ ਕਾਰਬਨ ਦੇ ਵਿੱਚ ਫਿਊਜ਼ ਹੋ ਰਿਹਾ, ਅਗੇਨ ਦੋ ਥਰਮਲ ਫੋਰਸਿਸ, ਦੋਨੋਂ ਫੋਰਸਿਸ ਲੱਗ ਰਹੀਆਂ, ਗ੍ਰੈਵਿਟੀ ਇਹਨੂੰ ਅੰਦਰ ਕੰਪਰੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਥਰਮਲ ਫੋਰਸਿਸ ਬਾਹਰ ਪੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਕੀ ਹੋਣਾ ਜੀ, ਉਹ ਦੇਖੋਗਾ ਕਿ ਕਾਰਬਨ ਹੀਲੀਅਮ ਕਾਰਬਨ ਹੁੰਦਾ ਜਾ ਰਿਹਾ। ਹੁਣ ਇੱਕ ਟਾਈਮ ਆਊਗਾ ਕਿ ਇਹ ਸਾਰਾ ਕੋਰ ਜਿਹੜਾ ਸੀਗਾ ਉਹ ਕਾਰਬਨ ਦਾ ਬਣ ਜੂਗਾ, ਕੁਝ ਪਾਰਟ ਉਹਦਾ ਆਕਸੀਜਨ 'ਚ ਬਣ ਜੂਗਾ, ਹੀਲੀਅਮ ਖਤਮ ਹੋ ਜਾਣਾ। ਹੁਣ ਕਾਰਬਨ ਦੀ ਫਿਊਜ਼ਨ ਹੋ ਸਕਦੀ ਹੈ ਬਾਈ, ਲੇਕਿਨ ਡਿਪੈਂਡ ਕਰਦਾ ਇੱਕ ਚੀਜ਼ ਤੇ, ਕਿਸ ਚੀਜ਼ ਤੇ,
ਡਿਪੈਂਡ ਕਰਦਾ ਇਸ ਚੀਜ਼ ਤੇ ਕਿ ਗ੍ਰੈਵਿਟੀ ਕਿੰਨਾ ਜ਼ਿਆਦਾ ਉਸ ਨੂੰ ਕੰਪਰੈਸ ਕਰ ਪਾ ਰਹੀ। ਜੇ ਮਾਸ ਪਹਿਲਾਂ ਹੀ ਸਟਾਰ ਦਾ ਬਹੁਤ ਵੱਡਾ ਸੀਗਾ ਤਾਂ ਗ੍ਰੈਵਿਟੀ ਵੀ ਉਸ ਤੇ ਬਹੁਤ ਜ਼ਿਆਦਾ ਲੱਗੂਗੀ, ਉਹਨੂੰ ਜ਼ਿਆਦਾ ਕੰਪਰੈਸ ਕਰ ਪਾਊਗੀ। ਠੀਕ ਹੈ ਜੀ। ਤਾਂ ਹੁਣ ਕੀ ਹੋਣਾ ਕਿ ਆਪਣੇ ਕੋਲ ਜਿਹੜੀ ਕੋਰ ਬਚੀ ਹੈ ਔਰ ਛੋਟੀ ਹੋ ਚੁੱਕੀ ਹੈ, ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਹੈ ਕਾਰਬਨ ਤੇ ਪਾਰਟ ਅ ਬਿਟ ਆਫ ਆਕਸੀਜਨ। ਕੋਰ ਕੰਪਰੈਸ ਹੋ ਚੁੱਕੀ ਹੈ ਬੁਰੀ ਤਰੀਕੇ ਨਾਲ। ਠੀਕ, ਹੁਣ ਉਰੇ ਇੱਕ ਲਿਮਿਟ ਆਉਣ ਵਾਲੀ ਜਿਹਨੂੰ ਆਪਾਂ ਕਹਿੰਦੇ ਹਾਂ ਚੰਦਰ ਸ਼ੇਖਰ ਲਿਮਿਟ। ਚੰਦਰ ਸ਼ੇਖਰ ਲਿਮਿਟ ਆਊਗੀ, ਉਸ ਨੂੰ ਮੈਂ 1 ਮਿੰਟ ਬਾਅਦ ਡਿਸਕਸ ਕਰੂੰਗਾ। ਫਿਲਹਾਲ ਜੋ ਸਟਾਰ ਬਣਿਆ ਰੈੱਡ ਜਾਇੰਟ ਖਤਮ ਹੋ ਚੁੱਕਿਆ। ਹੁਣ ਜਿਹੜਾ ਸਟਾਰ ਬਣਿਆ ਜਿਹਦੇ ਵਿੱਚ ਕੋਰ ਦੇ ਵਿੱਚ ਕਾਰਬਨ ਤੇ ਆਕਸੀਜਨ ਮੌਜੂਦ ਹੈ, ਉਹਨੂੰ ਆਪਾਂ ਕਹਿ ਰਹੇ ਹਾਂ ਵਾਈਟ ਡਵਾਰਫ। ਵਾਈਟ ਡਵਾਰਫ, ਠੀਕ ਹੈ। ਤਾਂ ਵਾਈਟ ਡਵਾਰਫ ਹੁਣ ਇਹਨੂੰ ਨਾ ਉਰੇ ਆਉਂਦੀ ਹੈ ਚੰਦਰ ਸ਼ੇਖਰ ਲਿਮਿਟ। ਚੰਦਰ ਸ਼ੇਖਰ ਲਿਮਿਟ ਕੀ ਕਹਿੰਦੀ ਹੈ ਕਿ ਯਾਰ ਮੰਨ ਲਓ ਜਿਹੜਾ ਤੁਹਾਡਾ ਇਨੀਸ਼ੀਅਲ ਸਟਾਰ ਸੀਗਾ, ਜੇ ਉਹਦਾ ਮਾਸ ਜਿਹੜਾ ਹੈਗਾ ਕੰਪੇਰੇਬਲ ਸੀਗਾ ਟੂ ਸੋਲਰ ਮਾਸ ਜਾਂ ਸਨ ਵਰਗਾ ਸੀਗਾ, ਤਾਂ ਉਹ ਨਾ ਇੱਕ ਸਟੇਬਲ ਵਾਈਟ ਡਵਾਰਫ ਬਣ ਜਾਊਗਾ। ਕਿਵੇਂ ਦੱਸਦਾ ਮੈਂ ਇੱਕ ਮਿੰਟ, ਦੇਖੋ ਜਰਾ ਸੈਕਿੰਡ ਸਟੇਟਮੈਂਟ ਪੜੋ। ਚੰਦਰ ਸ਼ੇਖਰ ਲਿਮਿਟ ਅਪਰੋਕਸੀਮੇਟਲੀ 1.44 ਸੋਲਰ ਮਾਸ ਦੀ ਗੱਲ ਕਰ ਰਹੇ ਹਾਂ। is the maximum mass that a stable white dwarf can have। ਸਿੰਪਲ ਗੱਲ ਹੈ, ਦੇਖੋ ਤਾਂ ਉਰੇ ਜਿਹੜਾ ਤੁਹਾਡੇ ਕੋਲ ਮਾਸ ਆਇਆ ਨਾ, ਆਹ ਛੋਟੀ ਜੀ ਕੋਰ ਦਾ, ਜੇ ਇਸ ਕੋਰ ਦਾ ਮਾਸ 1.44 ਟਾਈਮਸ ਦਾ ਸੋਲਰ ਮਾਸ ਹੈ, ਯਾਨੀ ਕਿ ਸਨ ਦੇ ਮਾਸ ਦੇ ਬਰਾਬਰ ਹੈ, 1.44 ਟਾਈਮਸ ਹੈ ਜਾਂ ਇਸ ਤੋਂ ਘੱਟ ਹੈ, ਤਾਂ ਇਹ ਰੁਕ ਜੂਗਾ ਉਰੇ। ਤਾਂ ਅੱਗੇ ਗੱਲ ਖੋਜ ਹੋ ਰਹੀ, ਅੱਗੇ ਜਾ ਕੇ ਤੁਹਾਡੀ ਕੋਈ ਹੋਰ ਫਿਊਜ਼ਨ ਨਹੀਂ ਹੋਣੀ, ਇਹਨੇ ਉਰੇ ਰੁਕ ਜਾਣਾ। ਕਿਉਂ? ਕਿਉਂਕਿ ਉਰੇ ਨਾ ਇਲੈਕਟ੍ਰॉन्स ਬੋਲेंगे ਗ੍ਰੈਵਿਟੀ ਨੂੰ ਕਿ ਰੁਕ ਜਾਓ ਭਾਈ, ਅਸੀਂ ਤੁਹਾਨੂੰ ਹੋਰ ਕੰਪਰੈਸ ਨਹੀਂ ਹੋਣ ਦੇਣਾ। ਇਲੈਕਟ੍ਰॉन्स ਨਾ ਇੱਕ ਪ੍ਰੈਸ਼ਰ ਲਾਣਾ ਸ਼ੁਰੂ ਕਰ ਦੇਣਗੇ ਅਗੇਂਸਟ ਦ ਗ੍ਰੈਵਿਟੀ। ਕਿ ਆਪਾਂ ਦੇਖਿਆ ਕਿ ਆਪਾਂ ਐਟਮਸ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਨਿਊਟਰੋਨ ਪ੍ਰੋਟੋਨ ਹੋਣੇ, ਇਲੈਕਟ੍ਰॉन्स ਹੋਣੇ। ਇਲੈਕਟ੍ਰॉन्स ਉਰੇ ਪ੍ਰੈਸ਼ਰ ਲਾਣਾ ਸ਼ੁਰੂ ਕਰ ਦੇਣਗੇ ਕਿ ਸਾਨੂੰ ਹੋਰ ਕਨਫਾਈਨ ਨਾ ਕਰੋ। ਉਹ ਜਿਹੜਾ ਪ੍ਰੈਸ਼ਰ ਹੋਊਗਾ ਉਹਨੂੰ ਆਪਾਂ ਕਹਿੰਦੇ ਹਾਂ ਇਲੈਕਟ੍ਰॉन ਡੀਜਨਰੇਸੀ ਪ੍ਰੈਸ਼ਰ, ਜੋ ਕਿ ਉਰੇ ਲੱਗਣਾ ਸ਼ੁਰੂ ਹੋ ਜਾਣਾ। ਠੀਕ ਹੈ ਜੀ। ਤਾਂ ਉਰੇ ਵਾਈਟ ਡਵਾਰਫ ਦੇ ਕੇਸ ਵਿੱਚ ਫਰਦਰ ਕੰਪਰੈਸ਼ਨ ਨਹੀਂ ਹੋ ਪਾਊਗੀ ਗ੍ਰੈਵਿਟੀ ਵੱਲੋਂ। ਉਰੇ ਇਲੈਕਟ੍ਰॉन्स ਪ੍ਰੈਸ਼ਰ ਲਾਣਾ ਸ਼ੁਰੂ ਕਰ ਦੇਣਗੇ, ਇਲੈਕਟ੍ਰॉन्स ਰੈਜ਼ਿਸਟ ਕਰਨਾ ਸ਼ੁਰੂ ਕਰ ਦੇਣਗੇ ਗ੍ਰੈਵਿਟੀ ਨੂੰ, ਉਹਨੂੰ ਆਪਾਂ ਕਹਾਂਗੇ ਇਲੈਕਟ੍ਰॉन ਡੀਜਨਰੇਸੀ ਪ੍ਰੈਸ਼ਰ। ਮੰਨ ਲਓ ਇਹ ਚੰਦਰ ਸ਼ੇਖਰ ਲਿਮਿਟ ਤੋਂ ਅੱਗੇ ਹੈ ਜੀ। ਮੰਨ ਲਓ ਜਿਹੜਾ ਹੁਣ ਇਹ ਕੋਰ ਬਣੀ ਹੈ, ਰੈਮਨੈਂਟ ਕੋਰ ਬਣੀ ਹੈ ਛੋਟੀ ਜੀ, ਇਹਦਾ ਮਾਸ ਹਾਲੇ ਵੀ ਬਹੁਤ ਜ਼ਿਆਦਾ ਹੈ। ਮੰਨ ਲਓ 3 ਟਾਈਮਸ ਦ ਸੋਲਰ ਮਾਸ ਹੈ ਹਾਲੇ ਵੀ, ਤਾਂ ਇਲੈਕਟ੍ਰॉन्स ਰੋਕ ਨਹੀਂ ਪਾएंगे। ਗ੍ਰੈਵਿਟੀ ਜ਼ਿਆਦਾ ਹੋਗੀ, ਗ੍ਰੈਵਿਟੀ ਉਹਨੂੰ ਹੋਰ ਕੰਪਰੈਸ ਕਰ ਦੂਗੀ। ਗ੍ਰੈਵਿਟੀ ਕੰਪਰੈਸ ਕਰ ਦੂਗੀ, ਉਹਦੇ ਨਾਲ ਕੀ ਹੋਣਾ ਜੀ, ਉਹਦੇ ਨਾਲ ਕੀ ਹੋਣਾ, ਇਹ ਕੰਪਰੈਸ ਹੋ ਜਾਊਗਾ ਬਹੁਤ ਅੱਗੇ। ਜਿਹੜੀ ਥੋੜੀ ਫਿਊਜ਼ਨ ਰਿਐਕਸ਼ਨ ਉਹ ਸ਼ੁਰੂ ਹੋ ਜਾਊਗੀ। ਕਾਰਬਨ ਤੋਂ ਬਾਅਦ ਨਿਓਨ ਹੋ ਜਾਊਗਾ, ਆਕਸੀਜਨ ਹੋ ਜਾਊਗਾ, ਨਿਓਨ ਹੋ ਜਾਊਗਾ, ਐਂਡ ਸੋ ਔਨ ਐਂਡ ਸੋ ਫੋਰ, ਚੱਲਦਾ ਰਹਿਣਾ ਅੰਟਿਲ ਆਪਾਂ ਆਇਰਨ ਤੱਕ ਪਹੁੰਚ ਜਾਂਦੇ ਹਾਂ। ਆਇਰਨ ਤੇ ਆਪਾਂ ਪਹੁੰਚ ਗਏ ਤਾਂ ਉਦੋਂ ਕੀ ਹੋਣਾ, ਆਇਰਨ ਤੇ ਜਦੋਂ ਆਪਾਂ ਪਹੁੰਚ ਕੇ ਫੇਰ ਨਾ ਫਿਊਜ਼ਨ ਅੱਗੇ ਹੋ ਨਹੀਂ ਸਕਦੀ। ਕਿਉਂਕਿ ਆਇਰਨ ਤੋਂ ਅੱਗੇ ਫਿਊਜ਼ ਕਰਾਉਣ ਵਾਸਤੇ ਬਹੁਤ ਜ਼ਿਆਦਾ એનર્ਜੀ ਚਾਹੀਦੀ ਹੈ, ਉਹ ਪੋਸੀਬਲ ਹੈ। ਤਾਂ ਮੰਨ ਲਓ ਹੁਣ ਜਿਹੜਾ ਐਂਡ 'ਚ ਕੋਰ ਬਣਦਾ ਨਾ, ਉਹ ਬਣਦਾ ਆਇਰਨ ਦਾ। ਉਰੇ ਵੀ ਗ੍ਰੈਵਿਟੀ ਦਾ ਆਪਣਾ ਰੋਲ ਪਲੇ ਕਰ ਹੀ ਰਹੀ ਹੈ। ਹੁਣ ਇੱਕ ਪੁਆਇੰਟ ਇਹੋ ਜਿਹਾ ਆ ਜਾਊਗਾ ਕਿ ਗ੍ਰੈਵਿਟੀ ਇੰਨਾ ਜ਼ਿਆਦਾ ਕੰਪਰੈਸ ਕਰ ਦੂਗੀ ਇਸ ਚੀਜ਼ ਨੂੰ ਕਿ ਐ ਲੱਗੂਗਾ ਕਿ ਯਾਰ ਐਕਸਪਲੋਜਨ ਹੋ ਚੁੱਕਿਆ, ਬਹੁਤ ਹੀ ਬ੍ਰਾਈਟ ਐਕਸਪਲੋਜਨ ਹੋਊਗਾ, ਉਹਨੂੰ ਆਪਾਂ ਕਹਿੰਦੇ ਹਾਂ ਸੁਪਰਨੋਵਾ ਐਕਸਪਲੋਜਨ। ਠੀਕ ਹੈ, ਸੁਪਰਨੋਵਾ ਐਕਸਪਲੋਜਨ ਉਦੋਂ ਹੈ ਕਿ ਜਦੋਂ ਤੁਹਾਡੀ ਸਾਰੀ ਫਿਊਜ਼ਨ ਵਾਲਾ ਪਾਰਟ ਰੁਕ ਚੁੱਕਿਆ, ਆਇਰਨ ਆ ਚੁੱਕਿਆ, ਉਸ ਤੋਂ ਬਾਅਦ ਫਿਊਜ਼ਨ ਨਹੀਂ ਹੋ ਸਕਦੀ, ਹੁਣ ਬਣੂਗਾ ਸੁਪਰਨੋਵਾ ਐਕਸਪਲੋਜਨ ਜੀ। ਰਾਈਟ, ਉਸ ਤੋਂ ਬਾਅਦ ਕੀ ਹੋਣਾ, ਉਸ ਤੋਂ ਬਾਅਦ ਸੁਪਰਨੋਵਾ ਐਕਸਪਲੋਜਨ ਹੋਣ ਤੋਂ ਬਾਅਦ, ਠੀਕ, ਉਸ ਤੋਂ ਬਾਅਦ ਛੋਟੀ ਜਿਹੀ ਕੋਰ ਬਚੀ ਹੋਈ ਹੈ। ਹੁਣ ਜਾਂ ਤਾਂ ਇਹ ਨਿਊਟਰੋਨ ਸਟਾਰ ਬਣੂਗੀ ਜਾਂ ਬਣੂਗੀ ਬਲੈਕ ਹੋਲ। ਹੁਣ ਨਿਊਟਰੋਨ ਸਟਾਰ ਕਦੋਂ ਬਣੂਗੀ, ਉਹ ਉਦੋਂ ਬਣੂਗੀ, ਦੇਖਦੇ ਹਾਂ ਆਪਾਂ ਤਾਂ ਇੱਕ ਵਾਰ। ਨਿਊਟਰੋਨ ਸਟਾਰ ਫਾਰਮਸ, ਜਿਹੜੇ ਆਪਣੀ ਥਰਡ ਸਟੇਟਮੈਂਟ ਹੈ, ਵਿਦ ਮਾਸਿਸ ਲੈਸ ਦੈਨ 8 ਟਾਈਮਸ ਦਾ ਸਨ ਮਾਸ। ਨਹੀਂ, ਜੇ ਸਨ ਦੇ ਮਾਸ ਤੋਂ ਕੋਈ ਹੋਰ ਸਟਾਰ ਜਿਹੜਾ ਸੀਗਾ ਉਹਦਾ ਮਾਸ ਲੈਟਸ ਸੇ ਗ੍ਰੇਟਰ ਦੈਨ 8 ਟਾਈਮਸ ਸੀਗਾ, ਤਾਂ ਆਪਾਂ ਕਹਿੰਦੇ ਆ ਕਿ ਯਾਰ ਉਰੇ ਨਾ ਨਿਊਟਰੋਨ ਸਟਾਰ ਬਣ ਪਾ ਰਿਹਾ, ਨਿਊਟਰੋਨ ਸਟਾਰ ਬਣੂਗਾ। ਠੀਕ ਹੈ, ਲੈਸ ਦੈਨ 8 ਨਹੀਂ ਹੋਣਾ, ਕਲੀਅਰ। ਸੁਪਰਨੋਵਾ ਤੋਂ ਬਾਅਦ ਹੀ ਬਣਨਾ। ਹਾਂ, ਲੈਟਸ ਸੇ ਜੇ ਮੰਨ ਲਓ ਜਿਹੜੀ ਆਹ ਕੋਰ ਬਚੀ ਹੈ, ਆਹ ਛੋਟੀ ਜਿਹੀ ਕੋਰ ਬਚੀ ਹੈ ਆਫਟਰ ਸੁਪਰਨੋਵਾ ਆਲਸੋ, ਜੇ ਇਹਦਾ ਮਾਸ, ਛੋਟੀ ਜਿਹੀ ਕੋਰ ਦਾ ਮਾਸ ਹਾਲੇ ਵੀ ਇਟ ਇਜ਼ 3 ਜਾਂ 2 to 3 ਟਾਈਮਸ ਦਾ ਸੋਲਰ ਮਾਸ, 2 to 3 ਟਾਈਮਸ ਦਾ ਸੋਲਰ ਮਾਸ, ਤਾਂ ਭਾਈ ਉਰੇ ਨਾ ਇਹਨੇ ਬਲੈਕ ਹੋਲ ਬਣ ਜਾਣਾ। ਨਿਊਟਰੋਨ ਸਟਾਰ ਦੇ ਵਿੱਚ ਕੀ ਹੋਣਾ, ਲੈਟਸ ਸੇ ਨਿਊਟਰੋਨ ਸਟਾਰ ਦੇ ਕੇਸ ਵਿੱਚ ਉਦੋਂ ਬਣ ਰਿਹਾ ਨਿਊਟਰੋਨ ਸਟਾਰ ਜਦੋਂ ਲੈਟਸ ਸੇ 1 or 2 ਟਾਈਮਸ ਦਾ ਸੋਲਰ ਮਾਸ ਇਸ ਕੰਪਰੈਸ ਹੋਈ ਕੋਰ ਦਾ ਮਾਸ ਬਣਦਾ, ਨਿਊਟਰੋਨ ਸਟਾਰ ਉਦੋਂ ਬਣ ਰਿਹਾ। ਉਰੇ ਕੀ ਹੋਣਾ ਯਾਰ, ਉਰੇ ਤਾਂ ਬਲੈਕ ਹੋਲ ਦੇ ਕੇਸ ਵਿੱਚ ਤੁਸੀਂ ਦੇਖੋ
ਕਿ ਬਲੈਕ ਹੋਲ ਦੇ ਵਿੱਚ ਤਾਂ ਬਿਲਕੁਲ ਹੀ ਕੋਲੈਪਸ ਹੋ ਜਾਣਾ ਉਸ ਤੋਂ ਬਾਅਦ ਗ੍ਰੈਵਿਟੀ ਨੇ ਇੰਨਾ ਜ਼ਿਆਦਾ ਕੰਪਰੈਸ ਕਰ ਦੇਣਾ ਕਿ ਉਹਨੂੰ ਬਲੈਕ ਹੋਲ ਬਣਾ ਦੇਣਾ ਤੇ ਦੁਬਾਰਾ ਤੁਸੀਂ ਦੇਖੋਗੇ ਕਿ ਉਹ ਸਪੇਸ ਟਾਈਮ ਕਰਵ ਦੇ ਵਿੱਚ ਆਪਣੇ ਜਿਹੜੇ ਬੱਚੇ ਉਹਨਾਂ ਨੂੰ ਪਤਾ ਹੈ ਕਿ ਸਪੇਸ ਟਾਈਮ ਕਰਵ ਦੇ ਵਿੱਚ ਕੁਝ ਇਸ ਤਰੀਕੇ ਨਾਲ ਬਣ ਜਾਣਾ ਬਲੈਕ ਹੋਲ ਕਿ ਲਾਈਟ ਵੀ escape ਨਹੀਂ ਕਰ ਸਕਦੀ ਇੰਨੀ ਜ਼ਿਆਦਾ ਗ੍ਰੈਵਿਟੀ ਹੋਣ ਵਾਲੀ ਨਿਊਟਰਨ ਸਟਾਰ ਉਦੋਂ ਬਣ ਰਿਹਾ ਕਿ ਜਦੋਂ ਤੁਹਾਡਾ ਮਾਸ ਜਿਹੜਾ ਸੀਗਾ ਕੋਲੈਪਸ ਹੋਈ ਕੋਰ ਦਾ ਸੀਗਾ ਉਹ 2 to 3 ਟਾਈਮ ਸੀਗਾ ਸੋਲਰ ਮਾਸ ਉਦੋਂ ਨਿਊਟਰॉन्स ਨੇ ਰੋਕਣਾ ਸ਼ੁਰੂ ਕਰਤਾ ਕਿ ਬਸ ਅਸੀਂ ਹੋਰ ਗ੍ਰੈਵਿਟੀ ਨੂੰ ਕੰਪਰੈਸ ਨਹੀਂ ਹੋਣ ਦੇਵਾਂਗੇ ਉਰੇ ਵੀ ਕੈਨ ਸਟਾਪ ਇਟ ਉਹਦੇ ਨਾਲ ਕੀ ਹੋਣਾ ਉਰੇ ਜਿਹੜੇ ਨਿਊਟਰਨਸ ਰੋਕ ਪਾ ਰਿਹਾ ਉਹਨੂੰ ਆਪਾਂ ਉਹਨੂੰ ਕਹਿ ਰਹੇ ਨਿਊਟਰੋਨ ਡੀਜਨਰੇਸੀ ਪ੍ਰੈਸ਼ਰ ਪਹਿਲਾਂ ਇਲੈਕਟ੍ਰੋਨ ਡੀਜਨਰੇਸੀ ਪ੍ਰੈਸ਼ਰ ਦੀ ਗੱਲ ਕੀਤੀ ਹੈ ਨਿਊਟਰॉन्स ਦੇ ਕੇਸ ਵਿੱਚ ਨਿਊਟਰੋਨ ਡੀਜਨਰੇਸੀ ਪ੍ਰੈਸ਼ਰ ਦੀ ਗੱਲ ਹੋ ਰਹੀ ਹੈ ਤਾਂ ਉਰੇ ਜੇ ਉਹਦਾ ਲੈਟਸ ਸੇ ਕੋਰ ਹੋਈ ਕੋਲੈਪਸ ਉਹਦਾ ਮਾਸ 2 to 3 ਟਾਈਮਸ ਹੈ ਸੋਲਰ ਮਾਸ ਤੇ ਤਾਂ ਉਰੇ ਤਾਂ ਨਿਊਟਰॉन्स ਵੀ ਨਹੀਂ ਰੋਕ ਪਾਣਗੇ ਜੇ ਨਿਊਟਰॉन्स ਵੀ ਨਹੀਂ ਰੋਕ ਪਾएंगे ਤਾਂ ਉਹ ਬਣ ਜਾਏਗਾ ਇਵੈਂਚੁਅਲੀ ਬਲੈਕ ਹੋਲ so option 2 is correct, option 1 is correct, option 3 is incorrect and option 4 is correct therefore correct answer है अपना C 3 only ਹਾਂਜੀ ਜੇ ਤੁਹਾਨੂੰ ਲਾਸਟ ਕੁਐਸਚਨ ਕਨਫਿਊਜ਼ਿੰਗ ਲੱਗਿਆ ਸੀਗਾ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਪੌਜ਼ ਕਰੋ ਵੀਡੀਓ ਨੂੰ ਤੇ ਦੁਬਾਰਾ ਉਸ ਚੀਜ਼ ਨੂੰ ਉਸ ਕਨਸੈਪਟ ਨੂੰ ਰਿਵਾਈਜ਼ ਕਰੋ ਆਪਾਂ ਕੀ ਕੀਤਾ ਲਾਸਟ ਕਲਾਸ ਕੁਐਸਚਨ ਦੇ ਵਿੱਚ ਆਪਾਂ ਗੱਲ ਕੀਤੀ ਹੈ ਆਪਾਂ ਡਵਾਰਫ ਦੀ ਗੱਲ ਕੀਤੀ ਹੈ ਆਪਾਂ ਰੈੱਡ ਜਾਇੰਟ ਦੀ ਗੱਲ ਕੀਤੀ ਹੈ ਆਪਾਂ ਸੁਪਰਨੋਵਾ ਐਕਸਪਲੋਜਨ ਦੀ ਗੱਲ ਕੀਤੀ ਹੈ ਆਪਾਂ ਨਿਊਟਰॉन ਸਟਾਰ ਦੀ ਗੱਲ ਕੀਤੀ ਹੈ ਤੇ ਆਪਾਂ ਬਲੈਕ ਹੋਲ ਦੀ ਗੱਲ ਕੀਤੀ ਹੈ ਤੇ ਇਹਦੇ ਨਾਲ ਨਾਲ ਆਪਾਂ ਇਲੈਕਟ੍ਰੋਨ ਡੀਜਨਰੇਸੀ ਪ੍ਰੈਸ਼ਰ ਦੀ ਗੱਲ ਕੀਤੀ ਹੈ ਤੇ ਆਪਾਂ ਨਿਊਟਰॉन ਡੀਜਨਰੇਸੀ ਪ੍ਰੈਸ਼ਰ ਦੀ ਗੱਲ ਕੀਤੀ ਹੈ ਇਸ ਤੋਂ ਬਾਹਰ ਕੁਐਸਚਨ ਨਹੀਂ ਆਉਂਦੇ ਇਹ ਇੰਪੋਰਟੈਂਟ ਥੀਮਸ ਨੇ ਜੀ ਸਾਰੀਆਂ ਠੀਕ ਹੈ ਤੇ ਜੇ ਤੁਸੀਂ ਨਹੀਂ ਕਵਰ ਕੀਤੀਆਂ ਹੋਈਆਂ ਤਾਂ ਮੇਰੀ ਰਿਕੁਐਸਟ ਹੈ ਤੁਹਾਨੂੰ ਕਿ ਤੁਸੀਂ ਇਸ ਚੀਜ਼ ਨੂੰ ਕਵਰ ਕਰੋ ਆਪਣੀ ਨੋਟਸ ਦਾ ਪਾਰਟ ਉਹਨੂੰ ਬਣਾ ਲਓ ਨੈਕਸਟ which are the following planets in the solar system exhibit retrograde rotation spinning clockwise on their axis opposite to the most planets retrograde motion ਦੇਖੋ ਦੋ ਟਾਈਪ ਦੇ ਮੋਸ਼ਨ ਹੁੰਦੇ ਆ ਪ੍ਰੋਗਰੇਡ ਤੇ ਰੈਟਰੋਗਰੇਡ ਪ੍ਰੋਗਰੇਡ ਮੋਸ਼ਨ ਉਹ ਹੁੰਦਾ ਹੈ ਜੋ ਸਨ ਜਿਵੇਂ ਰੋਟੇਟ ਕਰ ਰਿਹਾ ਉਵੇਂ ਹੀ ਪਲੈਨਟਸ ਜੇ ਰੋਟੇਟ ਕਰ ਰਹੇ ਤਾਂ ਆਪਾਂ ਉਹਨੂੰ ਕਹਿੰਦੇ ਆ ਪ੍ਰੋਗਰੇਡ ਰੋਟੇਸ਼ਨ ਔਨ ਦੀ ਅਦਰ ਹੈਂਡ ਰੈਟਰੋਗਰੇਡ ਮਤਲਬ ਆਪੋਜ਼ਿਟ ਟੂ ਦ ਡਾਇਰੈਕਸ਼ਨ ਆਫ ਰੋਟੇਸ਼ਨ ਆਫ ਸਨ ਤਾਂ ਦੋ ਪਲੈਨਟਸ ਨੇ ਆਪਣੇ ਸੋਲਰ ਸਿਸਟਮ ਦੇ ਵਿੱਚ ਜੋ ਉਲਟਾ ਘੁੰਮ ਰਹੇ ਹੈ ਇੱਕ ਹੈਗਾ ਯੂਰੇਨਸ ਤੇ ਦੂਸਰਾ ਹੈਗਾ ਵੀਨਸ ਸੋ ਦ ਕਰੈਕਟ ਆਪਸ਼ਨ ਇਜ਼ 1 and 2 only next 8th question which consider the following statements Venus is the hottest planet in the solar system with an average surface temperature of about 464 degrees centigrade despite being farther from sun than mercury ਹੁਣ ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਨ ਤੋਂ ਬਿਲਕੁਲ ক্লোਜ਼ ਜਿਹੜਾ ਪਲੈਨਟ ਹੈ ਉਹ ਹੈਗਾ ਮਰਕਰੀ ਬਟ ਹੌਟੈਸਟ ਪਲੈਨਟ ਕਿਹੜਾ ਹੈ ਵੀਨਸ ਹੈ ਯਾਰ ਕੁਝ ਤਾਂ ਅਲੱਗ ਹੋਊਗਾ ਨਾ ਫਿਰ ਉਹਦੇ ਵਿੱਚ ਤਾਂ ਉਹੀ ਸਟੇਟਮੈਂਟ ਕਹਿ ਰਹੀ ਹੈ ਕਿ ਵੀਨਸ ਹੈਪਨਸ ਟੂ ਬੀ ਦਾ ਹੌਟੈਸਟ ਪਲੈਨਟ ਔਨ ਦਾ ਸੋਲਰ ਸਿਸਟਮ ਸਟੇਟਮੈਂਟ 2 ਕੀ ਕਹਿੰਦੀ ਹੈ ਕਿ ਵੀਨਸ ਦਾ ਜਿਹੜਾ ਐਟਮੋਸਫੇਅਰ ਹੈ ਥਿਕ ਹੈ ਬੜਾ ਬਹੁਤ ਥਿਕ ਐਟਮੋਸਫੇਅਰ ਹੈ ਐਂਡ ਇਟ ਇਜ਼ ਕੰਪੋਜ਼ਡ ਆਫ ਕਾਰਬਨ डाइऑक्साइड क्या है ਕਾਰਬਨ डाइऑक्साइड ਇੱਕ ग्रीन हाउस गैस है जो कि करती है जो लॉन्ग वेव रेडिएशन ਜਿਹੜੀ ਸਨ ਤੋਂ ਆ ਰਹੀ ਹੈ ਸ਼ਾਰਟ ਵੇਵ ਰੇਡੀਏਸ਼ਨ ਹੈ ਜਿਹੜੀ ਸਰਫੇਸ ਤੇ ਹਿੱਟ ਕਰਕੇ ਵਾਪਸ ਜਾ ਰਹੀ ਹੈ ਉਹਨੂੰ ਲੌਂਗ ਵੇਵ ਰੇਡੀਏਸ਼ਨ ਕਹਿੰਦੇ ਆ ਉਹਨੂੰ ਕੀ ਕਰਦੀ ਹੈ ਉਹਨੂੰ ਅਬਜ਼ੌਰਬ ਕਰ ਲੈਂਦੀ ਹੈ ਉਹਨੂੰ ਅਬਜ਼ੌਰਬ ਕਰੂਗੀ ਤਾਂ ਟੈਂਪਰੇਚਰ ਵਧਾਉਣਾ ਸ਼ੁਰੂ ਕਰ ਦੂਗੀ ਤਾਂ ਕਰਕੇ ਤੁਸੀਂ ਦੇਖੋਗੇ ਕਿ ਜਿਹੜਾ ਟੈਂਪਰੇਚਰ ਹੈ ਵੀਨਸ ਦੇ ਕੇਸ ਵਿੱਚ ਹਾਈਐਸਟ ਹੁੰਦਾ ਜੀ ਐਸ ਕੰਪੇਅਰ ਟੂ ਅਦਰ ਪਲੈਨਟਸ ਸੋ option A is correct where statement 2 is correctly explaining the statement 1 next asteroid belt is a torus shaped region in the solar system located between orbit of Mars and Jupiter torus shaped ਕਿੱਦਾਂ ਹੁੰਦਾ ਹੈ ਜਿਵੇਂ ਡੋਨਟ ਆਪਾਂ ਦੇਖਦੇ ਹਾਂ ਡੋਨਟ ਦੇਖਿਆ ਨਾ ਸਰਕਲ ਸ਼ੇਪ ਹੁੰਦਾ ਹੈ ਰਾਈਟ ਸਫੈਰੀਕਲ ਥੋੜਾ ਉਹ ਟੋਰਸ ਸ਼ੇਪ ਹੁੰਦਾ ਹੈ ਉਵੇਂ asteroid belt is a torus shaped region in the solar system containing millions of rocky bodies with total mass about 3% of the moon ਹੁਣ ਸਰ ਤੁਸੀਂ ਕਹੋਗੇ ਫਿਰ ਕਿ ਸਰ ਤੁਸੀਂ ਇੱਕ ਸਟੇਟਮੈਂਟ ਦੇ ਵਿੱਚ ਦੋ ਫੈਕਟਸ ਪੁੱਛੀ ਜਾਂਦੇ ਹੋ ਫਾਇਦਾ ਹੀ ਉਦੋਂ ਯਾਰ ਠੀਕ ਤਾਂ ਉਰੇ ਪਹਿਲੀ ਜਿਹੜੀ ਆਪਣੀ ਮੇਨ ਆਰਗੂਮੈਂਟ ਸੀਗਾ ਕਿ ਕਿਆ ਐਸਟਰੋਇਡ ਬੈਲਟ ਮਾਰਸ ਜੁਪੀਟਰ ਦੇ ਵਿੱਚ ਹੈ ਦੀ ਆਨਸਰ ਇਜ਼ ਯੈਸ ਸੈਕਿੰਡ ਕਿ ਕਿਆ ਇਸ ਦਾ ਮਾਸ ਨੀਅਰਲੀ 3% ਆਫ ਦਾ 3 to 4% ਆਫ ਮੂਨ ਹੈ ਬਿਲਕੁਲ ਦਿਸ ਆਲਸੋ ਕਰੈਕਟ most meteorites found on earth originate from the asteroid belt ਹੁਣ ਮੰਨ ਲਓ ਐਸਟਰੋਇਡ ਤੋਂ ਜਿਹੜੇ ਰੌਕੀ ਬੋਡੀਜ਼ ਹੈ they get deviated and they start to enter earth's atmosphere the moment they start to enter the earth's atmosphere ਉਹਨਾਂ ਨੂੰ ਆਪਾਂ ਕਹਿਣਾ ਸ਼ੁਰੂ ਕਰ ਦਾਂਗੇ meteors ਜੋ
ਉਰੇ ਸਟ੍ਰਾਈਕ ਕਰ ਜਾਣਗੇ ਅਰਥ ਦੇ ਸਰਫੇਸ ਦੇ ਉੱਪਰ, ਉਹਨੂੰ ਕਹਾਂਗੇ ਮੀਟੀਓਰਾइट्स। मोस्ट meteorites found on earth originate from asteroid belt, this is correct, ਬਿਲਕੁਲ ਸਹੀ ਗੱਲ ਹੈ ਜੀ। ਇਸੇ ਤਰੀਕੇ ਦੇ ਆਪਾਂ ਸਹੀ, option 2 is correct। the asteroid belt is densely packed with asteroids, making it a high risk zone for space navigation as evidenced by multiple probe collision during the mission। ਇਹ ਕੀ ਕਹਿ ਰਹੀ ਹੈ ਕਿ ਇਹ ਜਿਹੜੀ ਐਸਟਰੋਇਡ ਬੈਲਟ ਹੈ ਨਾ ਡੈਂਸਲੀ ਪੈਕਡ, ਬਹੁਤ ਸਾਰੇ ਇਹਦੇ ਵਿੱਚ ਛੋਟੇ ਛੋਟੇ ਰੌਕੀ ਮਟੀਰੀਅਲਸ ਹੈ। ਇੰਨਾ ਦਿੱਕਤ ਕਰਦੇ ਆ ਇਹ ਕਿ ਤੁਸੀਂ ਕੋਈ ਲੈਟਸ ਸੇ ਤੁਹਾਡਾ ਸਪੇਸ ਮਿਸ਼ਨ ਹੈ ਉਹ ਇਹਨੂੰ ਕ੍ਰਾਸ ਕਰਕੇ ਜਾ ਨਹੀਂ ਸਕਦਾ, ਇਹ ਕਹਿ ਰਹੇ ਕਿਉਂਕਿ ਕੋਲੀਜਨਸ ਬਹੁਤ ਜ਼ਿਆਦਾ ਹੁੰਦੀਆਂ। ਦਿਸ ਸਟੇਟਮੈਂਟ ਇਜ਼ ਇਨਕਰੈਕਟ। ਕਿਉਂ? ਕਿਉਂਕਿ ਤੁਸੀਂ ਸੁਣਿਆ ਵੋਏਜਰ 1 ਦੇ ਬਾਰੇ, ਵੋਏਜਰ 2 ਦੇ ਬਾਰੇ में, ਠੀਕ ਹੈ, ਤੁਸੀਂ ਕੈਸੀਨੀ ਮਿਸ਼ਨ ਦੇ ਬਾਰੇ ਸੁਣਿਆ ਹੈ ਜੋ ਸੈਟਰਨ ਦੇ ਕੇਸ ਵਿੱਚ ਭੇਜਿਆ ਗਿਆ। ਇਹ ਸਾਰੇ ਮਿਸ਼ਨਸ ਨਾ ਇਸੇ ਬੈਲਟ ਨੂੰ ਕ੍ਰਾਸ ਕਰਕੇ ਗਏ ਆ, ਠੀਕ ਹੈ। ਇੰਨਾ ਜ਼ਿਆਦਾ ਡੈਂਸਲੀ ਪੈਕਡ ਨਹੀਂ ਹੈਗਾ, देयर आर मिलियंस ऑफ बॉडीज, मिलियंस ऑफ रॉकी बॉडीज, दैट आई बिलीव, दैट्स अ फैक्ट। बट ਇੰਨੀ ਜ਼ਿਆਦਾ ਟਾਈਟਲੀ ਪੈਕਡ ਨਹੀਂ ਹੈਗਾ ਕਿ ਤੁਸੀਂ ਉੱਥੋਂ ਕਿਸੇ ਵੀ ਸਪੇਸ ਕਿਸੇ ਵੀ ਲੈਟਸ ਸੇ ਸਪੇਸ ਮਿਸ਼ਨ ਨੂੰ ਕ੍ਰਾਸ ਨਹੀਂ ਕਰਾ ਸਕਦੇ। ਤਾਂ ਸਟੇਟਮੈਂਟ 3 ਇਜ਼ ਇਨਕਰੈਕਟ, ਇਨਕਰੈਕਟ ਹੀ ਪੁੱਛਿਆ ਸੀਗਾ, ਦ ਆਨਸਰ ਇਜ਼ ਓਨਲੀ 1। नेक्स्ट, a comet develops a bright comma and one or more tails when it travels close to the sun। ਹੁਣ ਉਰੇ ਕਮੈਟਸ ਦੀ ਗੱਲ ਹੋ ਰਹੀ ਹੈ, ਜਿਵੇਂ ਪਹਿਲਾਂ ਆਪਾਂ ਐਸਟਰੋਇਡਸ ਦੀ ਗੱਲ ਕੀਤੀ, ਮੈਟੇਰਾइट्स ਦੀ ਗੱਲ ਕਰ ਰਹੇ, ਉਰੇ ਆਪਾਂ ਕਮੈਟਸ ਦੀ ਗੱਲ ਕਰ ਰਹੇ। ਕਮੈਟਸ ਇੱਕ ਰੌਕ ਆਈਸੀ ਆਬਜੈਕਟ ਹੋਊਗਾ, ਜਦੋਂ ਉਹ ਸਨ ਦੇ ਕੋਲ ਆਣਾ ਸ਼ੁਰੂ ਹੋਣਾ ਤਾਂ ਉਹ ਬਰਨ ਹੋਣਾ ਸ਼ੁਰੂ ਹੋ ਜਾਊਗਾ, ਉਹ ਬਰਨ ਹੋਣਾ ਸ਼ੁਰੂ ਹੋ ਜਾਊਗਾ ਜੀ, ਤੇ ਉਹ ਆਪਾਂ ਨੂੰ ਕੁਝ ਇਸ ਫਾਰਮ ਵਿੱਚ ਦਿਖੂਗਾ ਜੀ। ਆ ਦੇਖੋ, ਟੇਲ ਵਿਲ ਆਲਵੇਸ ਪੁਆਇੰਟ away from the sun, ਸਾਹਮਣੇ ਵਾਲਾ ਪਾਰਟ ਆਇਨਾਈਜ਼ ਹੋਇਆ ਹੋਊਗਾ ਉਹਦਾ। ਤਾਂ ਕਮੈਟ ਡਿਵੈਲਪਸ ਅ ਬ੍ਰਾਈਟ ਕੌਮਾ ਕਿਉਂਕਿ ਆਇਨਾਈਜ਼ ਹੋ ਚੁੱਕਿਆ ਹੈ, ਐਂਡ ਟੇਲਸ when it travels close to the sun because solar radiation and solar wind heats the icy nucleus। ਬਿਲਕੁਲ ਸਹੀ ਗੱਲ ਹੈ ਜੀ। the answer the first statement is correct। most short period comets they are thought to originate in the Kuiper belt। ਜਦੋਂ ਆਪਾਂ ਸੋਲਰ ਸਿਸਟਮ ਪੜ੍ਹਦੇ ਹਾਂ, ਸੋਲਰ ਸਿਸਟਮ ਦਾ ਮਤਲਬ ਇਹ ਹੁੰਦਾ ਕਿ ਉਹ ਸਿਸਟਮ ਜਿਹਦੇ ਵਿੱਚ ਸਨ ਦਾ ਇਨਫਲੂਐਂਸ ਜ਼ਿਆਦਾ ਹੈ, ਤਾਂ ਉਹਦੀ ਜਿਹੜੀ ਬਾਉਂਡਰੀ ਹੈ, ਉਹਦੀ ਬਾਉਂਡਰੀ ਹੁੰਦੀ ਹੈ ਬਿਯੋਂਡ ਨੈਪਚੂਨ, ਉਹ ਉਹਦੇ ਵਿੱਚ ਤੁਹਾਡਾ ਕਿਊਪਰ ਬੈਲਟ ਵੀ ਆ ਜਾਂਦੀ ਹੈ। ਕਿਊਪਰ ਬੈਲਟ ਤੋਂ ਬਾਹਰ ਇੱਕ ਊਟ ਕਲਾਊਡ ਆ ਜਾਂਦਾ ਬਹੁਤ ਬੜਾ, ਠੀਕ ਹੈ। ਤਾਂ ਜਿਹੜੇ ਇਹ ਕਮੈਟਸ ਹੁੰਦੇ ਆ ਮੋਸਟਲੀ ਦੇ ਓਰੀਜਿਨੇਟ ਇਨ ਕਿਊਪਰ ਬੈਲਟ, ਰਾਈਟ। ਉਰੇ ਤੁਹਾਡਾ ਕਿਤੇ ਸਨ ਹੋਊਗਾ, ਬਾਕੀ ਪਲੈਨਟਸ ਹੋਣਗੇ, ਇਹ ਐਵੇਂ ਇਹਨੂੰ ਅਪਰੋਚ ਕਰਦੇ ਆ ਕਿਊਪਰ ਬੈਲਟ। ਉਸ ਤੋਂ ਬਾਅਦ ਇੱਕ ਤੁਸੀਂ ਦੇਖੋਗੇ ਲਾਰਜਰ ਇੱਕ ਕਲਾਊਡ ਬਣਿਆ ਹੈ ਜਿਹਨੂੰ ਆਪਾਂ ਕਹਿੰਦੇ ਆ ਊਟ ਕਲਾਊਡ, ਦੈਟ ਇਜ਼ ਫਰਦਰ ਅਵੇ ਫਰੋਮ ਦਾ ਕਿਊਪਰ ਬੈਲਟ। ਤਾਂ ਉਰੇ ਜਿਹੜੇ ਲੌਂਗ ਪੀਰੀਅਡ ਕਮੈਂਟਸ ਹੁੰਦੇ ਆ ਦੇ ਓਰੀਜਿਨੇਟ ਫਰੋਮ ਊਟ ਕਲਾਊਡ। ਤੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਮੈਨੂੰ ਦੱਸੋ ਜ਼ਰਾ, ਇਹ ਤੁਹਾਡਾ ਹੋਮਵਰਕ ਵੀ ਹੈਗਾ, ਤੁਸੀਂ 3 ਚੀਜ਼ਾਂ ਦੱਸਣੀਆਂ ਮੈਨੂੰ, ਕਿ ਜੇ ਮੈਂ ਤੁਹਾਨੂੰ ਪੁੱਛਾਂ ਕਿ ਨੀਅਰੈਸਟ ਟੂ ਲੈ ਕੇ ਫਾਰਦੈਸਟ ਪਲੈਨਟਸ ਕਿਹੜੇ ਕਿਹੜੇ, ਔਰ ਆਰਡਰ ਦੱਸਣਾ ਤੁਸੀਂ ਮੈਨੂੰ। ਫਿਰ ਸਾਈਜ਼ ਦੇ ਬੇਸ ਤੇ ਵੀ ਅਰੇਂਜ ਕਰਕੇ ਦੱਸਣਾ ਮੈਨੂੰ। ਥਰਡ ਮੋਸਟ ਇੰਪੋਰਟੈਂਟ ਥਿੰਗ, ਤੁਸੀਂ ਮੈਨੂੰ ਡੈਂਸਿਟੀ ਦੇ ਬੇਸ ਤੇ ਵੀ ਅਰੇਂਜ ਕਰਕੇ ਦੱਸਣਾ। ਫਿਰ ਚੌਥੀ ਗੱਲ ਜਿਹੜੀ ਤੁਸੀਂ ਮੈਨੂੰ ਦੱਸਣੀ ਹੈ ਕਿ ਸਰ ਮੇਰਾ ਕੁਐਸਚਨ ਹੈ ਕਿ ਕਿਹੜਾ ਐਸਾ ਕਮੈਟ ਹੈ ਜੋ 76 ਈਅਰ ਦੇ ਪੀਰੀਅਡ ਨੂੰ ਫੋਲੋ ਕਰਦਾ ਹੈ, ਰਾਈਟ। ਉਹਦਾ ਨਾਮ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ। ਤਾਂ ਇਹਦਾ ਆਨਸਰ ਕੀ ਹੈ ਜੀ? ਬਿਲਕੁਲ ਸਹੀ ਹੈ ਜੀ, ਆਪਸ਼ਨ ਸੀ ਜਾਂ ਦ ਰਾਈਟ ਆਨਸਰ। ਸੋ ਆਈ ਬਿਲੀਵ ਅੱਜ ਦਾ ਲੈਕਚਰ ਤੁਹਾਡੇ ਵਾਸਤੇ ਹੈਲਪਫੁਲ ਰਿਹਾ ਹੋਵੇਗਾ। ਸੋ keep studying hard and stay positive, we'll meet tomorrow, thank you very much।